श्री नानक अंगद गुरु अमरदास पद बंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो जिसमें अमृत ज्ञान है मानक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को बंदना सिरजनन पर एक अंकारा सतगुरु ते प्रसाद सच हो वाहेगुरु जी की फतेह विघ्न विनाशन एक अंकारा सतगुरु ते प्रसाद सच हो वाहेगुरु जी की फतेह विघ्न विनाशन सोए। सतनाम श्री वाहिगुरु जी का बेहतर अंत जो बदर पिंग नगन मृत छंद रुकते अपात की समझ ना आवे वैर देश काल गन अगन नाहो ही रस विबद गनकार भूभेद न पावे आंद जो मदर पिंग नगन मृत छंद। वाहेगुरु जी का खालसा वाहेगुरु जी की फतेह। तन तन सतगुरु श्री गुरु तेग बहादुर साहब महाराज जी की महान पावन पवित्र चरण छो प्राप्त धरती सतगुरु साहब जी के भजन बंदगी तप स्थान गुरुद्वारा श्री भोरा साहब पातशाही नवें विखे सतगुरु श्री गुरु ग्रंथ साहब महाराज जी परम पवित्र सत संगत हजूरी दे अंदर पिछले पैर दे समय सजे हुए दीवाना दे विच गुर इतिहास कथा विचार श्रवण करन दे लई एकत्र हुए जुड़ मिल बैठे गुरु प्यारी खालसा साध संगत जी महाराज साहब जी ने तरस कीता है तरस पिया मेहरामत होए सतगुरु सज्जन मिलिया वड्डे भाग हन अपने जो महाराज साहब जी के पावन दरबारां दे विच हाजरियां लवा रहे हैं। चल रही लड़ीवार कथा दे विच कल आपां श्रवण कीता है तिन बेदियन की कुल विखे प्रगटे नानक राये सब सिखन को सुख दे जह तै पए सहाय। धन धन साहिब श्री गुरु नानक देव महाराज साहब जी का प्रकाश होया है। सतगुरु जगत के मालक के प्रकाश के समय बेअंती उत्साह खुशियां खिड़े हुए हैं। ये जिवे महाराज के प्रकाश के समय खुशियां खिड़े हुए जिवे सतगुरु नानक देव महाराज के दर्शन हरदयाल पुरोहित ने किए। बाबा कल्याण चंद जी ने उस वेले की मर्यादा के अनुसार जिवे अपने साहिबजादे सतगुरां दे प्रकाश की खुशी मनाई। ये पवित्र कथा आज श्रवण करांगे। आओ सतगुरु महाराज गुरु नानक देव साहब जी के पवित्र चरण कमलों का धरिए ध्यान रसना करो पवित्र लवाओ हाजरी आखो सतनाम श्री वाहेगुरु साहिब जी सतनाम श्री वाहेगुरु साहिब जी सतनाम श्री वाहिगुरु जी
ਛੰਦ ਜੋ ਬਦਰ ਪਿੰਗ ਨਗਨ ਮਰਤੁਕ ਛੰਦ। ਸਤ ਸੰਗਤ ਜੀ, ਭਾਈ ਸੰਤੋਖ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਅਵਤਾਰ ਦੀ ਖੁਸ਼ੀ ਅਤੇ ਜੋ ਮਹਾਰਾਜ ਸਾਹਿਬ ਜੀ ਦਾ ਜਿਵੇਂ ਨਾਮਕਰਨ ਹੋਇਆ, ਉਹ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ। ਇਸ ਮੰਗਲ ਦੇ ਵਿੱਚ ਨਿਮਰਤਾ ਵਿਖਾਉਂਦੇ ਹਨ। ਸਾਰੇ ਗੁਣ ਭਾਵੇਂ ਕਵੀਆਂ ਵਾਲੇ ਭਾਈ ਸੰਤੋਖ ਸਿੰਘ ਵਿੱਚ ਹੈਗੇ ਨੇ, ਪਰ ਨਿਮਰਤਾ ਵਿਖਾਉਂਦੇ ਆ ਕਹਿੰਦੇ ਨੇ, ਹੇ ਕਵੀ ਜਨੋ ਜਾਂ ਹੇ ਸਰੋਤਾ ਜਨੋ, ਮਹਾਰਾਜ ਜਿਹੜੇ ਕਵਿਤਾ ਰਚਣ ਵਾਸਤੇ ਗੁਣ ਹੁੰਦੇ ਨੇ ਨਾ, ਉਹ ਮੇਰੇ ਵਿੱਚ ਨਹੀਂ ਹਨ। ਬਸ ਇਹਦੇ ਵਿੱਚ ਮਹਾਰਾਜ ਦੀ ਇੱਕ ਕੀਰਤੀ ਹੈ ਜੋ ਮੈਂ ਇਤਿਹਾਸ ਲਿਖਿਆ। ਕਵੀ ਵੀ ਪੂਰੇ ਨੇ, ਪਰ ਨਿਮਰਤਾ ਕੈਸੇ? ਕਹਿੰਦੇ ਵੀ ਜਿਹੜੀ ਮੇਰੀ ਕਵਿਤਾ ਹੈ ਨਾ, ਅੰਧ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ, ਜੋ ਕਵੀਆਂ ਦੇ ਨਿਯਮ ਹੁੰਦੇ ਨੇ, ਕਹਿੰਦੇ ਮੇਰੀ ਕਵਿਤਾ ਜਿਹੜੀ ਹੈ ਇਹਦੇ ਵਿੱਚ ਅੰਧ ਦੂਖਣ ਹੈ। ਅੰਧ ਦੂਖਣ ਉਹ ਹੁੰਦਾ ਹੈ ਵੀ ਜਿਹੜੇ ਪਿਛਲੇ ਮੰਨੇ ਪਰਮੰਨੇ ਕਵੀਆਂ ਦੇ ਜੋ ਕਵਿਤਾ ਦਾ ਤਰੀਕਾ ਹੈ, ਉਹਦੇ ਉਲਟ ਕੋਈ ਗੱਲ ਕਹਿਣੀ, ਉਹਨੂੰ ਕਹਿੰਦੇ ਵੀ ਅੰਧ ਦੋਸ਼ ਹੈ। ਬਦਰ ਦੋਸ਼ ਹੁੰਦਾ ਹੈ ਵੀ ਜੋ ਕਵਿਤਾ ਵਿੱਚ ਪਹਿਲਾਂ ਕੋਈ ਗੱਲ ਕਹੀ ਹੋਵੇ ਵਡਿਆਈ ਵਿੱਚ, ਮੁੜ ਕੇ ਉਸੇ ਗੱਲ ਦੇ ਵਿਰੋਧ ਵਿੱਚ ਕੋਈ ਗੱਲ ਕਹਿ ਦੇਣੀ, ਇਹ ਬਦਰ ਦੋਸ਼ ਹੁੰਦਾ ਹੈ ਕਵਿਤਾ ਦਾ। ਇੱਕ ਕਵਿਤਾ ਪਿੰਗਲੀ ਹੋਣੀ, ਜਿਹੜੀ ਪਿੰਗਲੀ ਕਵਿਤਾ ਤੋਂ ਭਾਵ ਹੈ ਵੀ ਜਿਹਦੇ ਵਿੱਚ ਛੰਦਾਂ ਦੀ ਬਾਅਦ ਘਾਟ ਲੱਗਦੀ ਹੋਵੇ, ਛੰਦ ਪੂਰੇ ਨਾ, ਤੁਕਾਂ ਪੂਰੀਆਂ ਨਾ ਟੁਕਦੀਆਂ ਹੋਣ। ਫਿਰ ਕਵਿਤਾ 'ਚ ਇੱਕ ਦੋਸ਼ ਹੁੰਦਾ ਹੈ ਨਗਨ, ਨੰਗੀ ਕਵਿਤਾ ਭਾਵ ਜਿਹਦੇ ਵਿੱਚ ਕੋਈ ਅਲੰਕਾਰ ਹੀ ਨਾ ਹੋਵੇ, ਵਰਤਿਆ ਹੀ ਨਾ ਹੋਵੇ, ਕੋਈ ਉਦਾਹਰਨ ਹੀ ਨਾ ਦਿੱਤੀ ਹੋਵੇ ਕਵੀ ਨੇ। ਅਤੇ ਮ੍ਰਿਤਕ ਛੰਦ, ਅਤੇ ਫਿਰ ਇਸੇ ਤਰ੍ਹਾਂ ਮ੍ਰਿਤਕ ਮੋਹੀ ਹੋਈ ਕਵਿਤਾ ਜਿਹਦਾ ਕੋਈ ਅਰਥ ਹੀ ਨਾ ਬਣੇ, ਅਤੇ ਛੰਦ ਹੁੰਦਾ ਹੈ ਵੀ ਕੋਈ ਚੰਗੀ ਤਰ੍ਹਾਂ ਉਹ ਨਜ਼ਮ ਹੀ ਨਾ ਬਣਾਈ ਹੋਵੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਮੇਰੀ ਕਵਿਤਾ ਦੇ ਵਿੱਚ ਦੋਸ਼ ਹਨ। ਫਿਰ ਇੱਕ ਰੁਕਤ ਹੁੰਦੀ ਹੈ ਵੀ ਪੁਨਰੁਕਤੀ, ਵੀ ਇੱਕ ਗੱਲ ਨੂੰ ਵਾਰ-ਵਾਰ ਕਹੀ ਜਾਣਾ। ਕਹਿੰਦੇ ਵੀ ਮੈਨੂੰ ਇਹਦੀ ਵੀ ਸਮਝ ਨਹੀਂ ਆਉਂਦੀ, ਕਵਿਤਾ ਇੱਕੋ ਗੱਲ ਵਾਰ-ਵਾਰ ਕਹਿਣੀ, ਇਹਨੂੰ ਪੁਨਰੁਕਤੀ ਦੋਸ਼ ਕਹਿੰਦੇ ਆ। ਅਤੇ ਅਪਾਰਥ ਹੁੰਦਾ ਹੈ ਵੀ ਕਵਿਤਾ ਦੇ ਵਿੱਚ ਇਹੋ ਜਿਹੇ ਕੋਈ ਬਚਨ ਕਹਿ ਦੇਣੇ, ਜਦੋਂ ਉਹਦੇ ਅਰਥ ਕਰਨੇ ਤੇ ਉਹ ਗੱਲ ਅਟਪਟੀ ਜੀ ਬਣਨੀ, ਉਹ ਗੱਲ ਜੁੜਨੀ ਨਾ। ਜੇ ਇੱਕ ਕੋਈ ਕਵੀ ਹੋਇਆ ਤੇ ਉਹ ਗਿਆਨੀ ਜੀ ਦੱਸਦੇ, ਉਹ ਕਹਿੰਦਾ ਗੱਡੀ ਨਨਕਾਣੇ ਤੋਂ ਚੱਲ ਪਈ, ਗੱਡੀ ਨਨਕਾਣੇ ਤੋਂ ਧੰਨੇ ਨੇ ਗਊਆਂ ਚਾਰੀਆਂ। ਉਹ ਕਹਿੰਦੇ ਗੱਲ ਬਣੀ ਨਹੀਂ ਨਾ ਵੀ ਗੱਡੀ ਨਨਕਾਣੇ ਸਾਹਿਬ ਤੋਂ ਚੱਲੀ ਹੈ, ਤੇ ਨਾਲ ਹੀ ਉਹਨੇ ਛੰਦ ਜੋੜ ਦਿੱਤਾ ਵੀ ਧੰਨੇ ਨੇ ਗਊਆਂ ਚਾਰੀਆਂ। ਇਹ ਹੋ ਜਾਂਦੀ ਵੀ ਅਟਪਟੀ ਕਥਾ, ਜਿਸ ਕਵਿਤਾ ਦਾ ਕੋਈ ਕਿਸੇ ਢੰਗ ਦੇ ਨਾਲ ਕੋਈ ਅਰਥ ਨਾ ਨਿਕਲੇ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੇਰੇ ਵਿੱਚ ਇਹ ਵੀ ਕਮੀ ਹੈ, ਮੈਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੈ। ਅਤੇ ਫਿਰ ਜਿਹੜਾ ਦੇਸ਼ ਤੇ ਕਾਲ ਦਾ ਵਿਰੋਧ, ਦੇਸ਼ ਕਾਲ ਦਾ ਵਿਰੋਧ ਹੋਣਾ ਕਵਿਤਾ ਦੇ ਵਿੱਚ, ਜਿਸ ਦੇਸ਼ ਦੇ ਅੰਦਰ ਬੈਠੇ ਹੋਣਾ, ਉਸ ਦੇਸ਼ ਦੇ ਵਿੱਚ ਜਿਹੜੀ ਵਸਤੂ ਹੋਣੀ ਹੈ ਉਹਦੇ ਉਲਟ ਕੋਈ ਗੱਲ ਕਹਿ ਦੇਣੀ। ਜਿਵੇਂ ਕਹਿਣਾ ਵੀ ਬਾਬੇ ਬਕਾਲੇ ਵਿੱਚ ਬੜਾ ਕੇਸਰ ਹੁੰਦਾ, ਇਹ ਹੁਣ ਦੇਸ਼ ਵਿਰੋਧ ਹੈ, ਇਹ ਗੱਲ ਬਣਦੀ ਨਹੀਂ ਹੈ। ਜੇ ਕਹਾਂਗੇ ਵੀ ਕਸ਼ਮੀਰ 'ਚ ਹੁੰਦਾ ਹੈ, ਉਹ ਗੱਲ ਠੀਕ ਬਣਦੀ। ਕਹਿੰਦੇ ਵੀ ਜਿਹੜਾ ਦੇਸ਼ ਵਿਰੋਧ ਹੈ ਨਾ, ਇਹ ਵੀ ਮੇਰੀ ਕਵਿਤਾ ਵਿੱਚ ਹੈ। ਅਤੇ ਜਿਹੜਾ ਸਮਾਂ ਕਾਲ ਵਿਰੋਧ, ਵੀ ਸਮੇਂ ਤੋਂ ਉਲਟ ਕੋਈ ਗੱਲ ਕਰ ਦੇਣੀ, ਵੀ ਸਮਾਂ ਕੋਈ ਹੋਣਾ ਗੱਲ ਕੋਈ ਕਰੀ ਜਾਣੀ। ਜਿਵੇਂ ਕੋਈ ਕਹਿੰਦੇ ਇੱਕ ਗਿਆਨੀ ਹੁੰਦਾ ਸੀ, ਹੈ ਤੇ ਬੜਾ ਵਿਦਵਾਨ, ਪਰ ਕਈ ਵਾਰ ਉਹਨੇ ਇਹੋ ਜਿਹੀਆਂ ਗੱਲਾਂ ਕਰ ਲਈਆਂ ਵੀ ਲੋਕਾਂ ਸੁਣਾ। ਉਹ ਕਹਿੰਦਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਵਿਆਹੁਣ ਵਾਸਤੇ ਗਏ ਨਾ ਬਟਾਲੇ, ਅਚਲ ਬਟਾਲੇ ਕੰਧ ਸਾਹਿਬ, ਤੇ ਕਹਿੰਦਾ ਬੜੀਆਂ ਵੱਡੀਆਂ ਗੱਡੀਆਂ, ਵੱਡੀਆਂ ਮੋਟਰਾਂ, ਵੱਡੇ ਟਰੱਕ ਬੱਸਾਂ ਭਰ ਕੇ ਗਏ। ਹੁਣ ਜੇ ਕਹਿ ਦਿੰਦਾ ਵੀ ਹਾਥੀ ਗਏ, ਊਠ ਗਏ, ਰਥ ਗਏ, ਫਿਰ ਉਹ ਸਮੇਂ ਅਨੁਸਾਰ ਗੱਲ ਠੀਕ ਸੀ। ਉਹ ਕਹਿੰਦਾ ਵੱਡੀਆਂ ਬੱਸਾਂ ਮੋਟਰਾਂ ਭਰ ਕੇ ਗਈਆਂ। ਉਹ ਲੋਕ ਕਹਿਣ ਲੱਗੇ ਬਾਬਾ ਜੀ ਇਹ ਕਿਵੇਂ ਹੋ ਸਕਦਾ ਹੈ, ਉਦੋਂ ਇਹ ਹੈ ਹੀ ਨਹੀਂ ਸੀ ਤੇ ਆਈਆਂ ਮਗਰੋਂ। ਇਹ ਹੁੰਦਾ ਕਾਲ ਦੋਸ਼, ਵੀ ਸਮਾਂ ਕੋਈ ਹੋਣਾ ਤੇ ਗੱਲ ਕੋਈ ਕਰੀ ਜਾਣੀ। ਤੇ ਫਿਰ ਅਗਨ ਤੇ ਗਣ ਹੁੰਦੇ ਹੈ ਤੇ ਅਗਨ ਹੁੰਦੇ ਵੀ ਕਵਿਤਾ ਦੀ ਇੱਕ ਜੁਗਤੀ ਹੈ। ਤੇ ਤਰ੍ਹਾਂ ਦੇ ਅਲੰਕਾਰ ਵਰਤਣੇ, 9 ਰਸ ਹੁੰਦੇ ਨੇ ਕਵਿਤਾ ਦੇ ਵਿੱਚ, ਹਾਸ ਰਸ, ਵੀਰ ਰਸ ਆਦਿਕ। ਇਹ 9 ਰਸ ਜਿਹੜੇ ਜਿਸ ਕਵਿਤਾ ਦੇ ਵਿੱਚ ਹੋਣ, ਉਹ ਕਵਿਤਾ ਜਿਹੜੀ ਸੋਹਣੀ ਹੈ। ਤੇ ਭਾਈ ਸੰਤੋਖ ਸਿੰਘ ਕਹਿੰਦੇ ਮੇਰੀ ਕਵਿਤਾ 'ਚ 9 ਰਸ ਵੀ ਨਹੀਂ ਹੈ।
ਕਿਹੜੇ ਗਾਣ ਹੈ ਤੇ ਕਿਹੜੇ ਅਗਾਣ ਹੈ, ਕਿਹੜੀਆਂ ਚੀਜ਼ਾਂ ਕਵਿਤਾ 'ਚ ਵਰਤਣੀਆਂ ਜਾਂ ਕਿਹੜੀਆਂ ਨਹੀਂ ਵਰਤਣੀਆਂ। ਕਹਿੰਦੇ ਵੀ ਇਹਨਾਂ ਚੰਗੇ ਮਾੜੇ ਜਿਹੜੇ ਗਣਾਂ ਦੇ ਬਾਰੇ ਵੀ ਮੈਨੂੰ ਨਹੀਂ ਪਤਾ ਤੇ ਤਰ੍ਹਾਂ ਤਰ੍ਹਾਂ ਦੇ ਅਲੰਕਾਰਾਂ ਦੇ ਬਾਰੇ ਵੀ ਮੈਨੂੰ ਕੋਈ ਭੇਦ ਨਹੀਂ ਹੈ। ਉਹ ਗੁਣ ਹੈ ਨਾ ਮੈਂ ਪੰਡਤ ਮਤ ਜਨਮ ਮਤ। ਕਹਿੰਦੇ ਮੈਂ ਮੂੰਹੋਂ ਕਹਿ ਰਿਹਾ ਵੀ ਮੇਰੇ ਵਿੱਚ ਕੋਈ ਗੁਣ ਨਹੀਂ ਹੈ, ਮੈਂ ਕੋਈ ਬਹੁਤਾ ਵੱਡਾ ਕਵੀ ਜਾਂ ਕੋਈ ਵਿਦਵਾਨ ਨਹੀਂ ਹਾਂ, ਮੈਂ ਖੁਦ ਕਹਿ ਰਿਹਾ ਤੁਸੀਂ ਜਾਣੋ। ਗੁਣੀਆਂ ਹਾਸ ਜੋਗੇ ਅਸ਼ਟਪਦੀ ਜਾਗੋਈ। ਇਹ ਗੁਣੀ ਜਨੋ ਤੁਹਾਨੂੰ ਵੀ ਪਤਾ ਹੈ ਵੀ ਮੇਰੀ ਕਵਿਤਾ ਹਾਸੇ ਯੋਗ ਹੈ ਤੇ ਅਟਪਟੀ ਜੀ ਹੈ ਵੀ ਇਹ ਕਿੱਦਾਂ ਦੀ ਕਵਿਤਾ ਹੈ। ਸਾਧ ਸੰਗਤ ਜੀ ਇੱਕ ਨਿਮਰਤਾ ਵਿਖਾਈ ਇਹਨੇ ਤੇ ਭਾਈ ਸੰਤੋਖ ਸਿੰਘ ਨੂੰ ਚੂੜਾਮਣ ਕਵੀ ਕਹਿੰਦੇ ਆ, ਕਵੀਆਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਕਹਿੰਦੇ ਹਨ। ਏਕ ਗੁਣ ਜਾਮੈ ਸੁਖ ਜਤ ਸੁਧ ਸੰਤ। ਪਰ ਹੇ ਸੰਤ ਸੁਣੋ, ਹੇ ਸੰਤੋ ਇੱਕ ਗੱਲ ਸੁਣੋ, ਠੀਕ ਹੈ ਵੀ ਮੇਰੀ ਕਵਿਤਾ ਜੀ 'ਚ ਮੈਂ ਇਤਿਹਾਸ ਮਹਾਰਾਜ ਦਾ ਕਹਿ ਰਿਹਾ ਵੀ ਇਹ ਮੈਨੂੰ ਨਹੀਂ ਪਤਾ ਚੰਗੀ ਤਰ੍ਹਾਂ, ਪਰ ਇੱਕ ਗੱਲ ਨਿਸ਼ਚੈ ਵਾਚਕ ਹੈ ਸੰਤ ਜਣੋ, ਉਹ ਇਹ ਕਵਿਤਾ ਦੇ ਵਿੱਚ ਇਹ ਗੁਣ ਹੈ, ਉਹ ਸੁਣੋ ਕਿਹੜਾ ਗੁਣ ਹੈ। ਸਤਿਗੁਰੂ ਕੀਰਤ ਸੋ ਨਿਰਮਲ ਭਾਵੈ। ਉਹ ਗੁਣ ਇਹ ਹੈ ਵੀ ਸਤਿਗੁਰੂ ਮਹਾਰਾਜ ਦੀ ਨਿਰਮਲ ਕੀਰਤੀ ਇਸ ਕਵਿਤਾ ਦੇ ਵਿੱਚ ਹੈ ਵੀ ਮਹਾਰਾਜ ਸਾਹਿਬ ਜੀ ਦਾ ਨਿਰਮਲ ਜਸ, ਸਤਿਗੁਰਾਂ ਦੀ ਸ਼ੋਭਾ ਹੈ ਇਸ ਕਵਿਤਾ ਦੇ ਵਿੱਚ। ਹੋਰ ਕੋਈ ਕਵੀਆਂ ਵਾਲਾ ਗੁਣ ਮੇਰੇ 'ਚ ਹੋਵੇ ਨਾ ਹੋਵੇ, ਪਰ ਸਾਰੇ ਇਤਿਹਾਸ ਦੇ ਵਿੱਚ ਮੈਂ ਆਪਣੇ ਸਤਿਗੁਰੂ ਦਾ ਕਹਿੰਦੇ ਜਸ ਕੀਤਾ ਹੈ, ਵਡਿਆਈ ਕੀਤੀ ਹੈ। ਲੋਰਾ ਸੁਰਸਰ ਕਕਰ ਗਤ ਗੁਣੀ ਨਾ ਔਕਨ ਜਾਨ। ਆ ਇੱਕ ਹੋਰ ਉਦਾਹਰਨ ਦਿੰਦੇ ਨੇ, ਕਹਿੰਦੇ ਹੇ ਗੁਣੀ ਜਨੋ, ਜਿਹੜੀ ਗੰਗਾ ਨਦੀ ਹੈ ਨਾ, ਇਹ ਗੰਗਾ ਨਦੀ ਦੇ ਪਾਣੀ ਦਾ ਜਿਹੜਾ ਪ੍ਰਵਾਹ ਹੈ ਵਿੰਗਾ ਟੇਢਾ ਚੱਲਦਾ ਹੈ, ਕਦੀ ਪਹਾੜਾਂ 'ਚੋਂ ਨਿਕਲਦੀ ਹੈ, ਪੱਥਰਾਂ 'ਚ ਵੱਜਦੀ ਹੈ, ਕਦੀ ਸੱਜੇ ਨੂੰ ਜਾਂਦੀ ਹੈ, ਕਦੀ ਖੱਬੇ ਨੂੰ ਜਾਂਦੀ ਹੈ, ਕਦੀ ਕਿਸੇ ਪਾਸੇ ਨੂੰ ਜਾਂਦੀ ਹੈ। ਪਰ ਜਿਹੜੇ ਗੁਣੀ ਜਨ ਨੇ ਨਾ, ਉਹ ਗੰਗਾ ਦਾ ਇਹ ਔਗਣ ਨਹੀਂ ਚਤਾਰਦੇ, ਇਹ ਵਿੰਗੀ ਟੇਢੀ ਚੱਲਦੀ ਹੈ ਗੰਗਾ, ਪਰ ਉਹ ਇਸ ਗੱਲ ਨੂੰ ਬੁਰਾ ਨਹੀਂ ਮਨਾਉਂਦੇ। ਸਾਦਰ ਸੋ ਤੇ ਮੈਂ ਸਦਾ ਕਰਹਿ ਪਾਨ ਇਸ਼ਨਾਨ। ਸਗੋਂ ਉਹਦੇ ਗੰਗਾ ਦਾ ਸਤਿਕਾਰ ਕਰਦੇ ਆ, ਕਹਿੰਦੇ ਵੀ ਸਾਨੂੰ ਜਲ ਦੀ ਲੋੜ ਹੈ, ਤੇਲ ਅੱਗੇ ਦੇ ਉਹ 'ਚੋਂ ਨਿਰਮਲ ਜਲ ਜਾਣ ਕੇ ਪਾਣੀ ਪੀਂਦੇ ਛਕਦੇ ਨੇ, ਅਤੇ ਠੰਡਾ ਜਲ ਜਾਣ ਕੇ ਉਹਦੇ ਵਿੱਚ ਇਸ਼ਨਾਨ ਕਰਦੇ ਆ ਵੀ ਸਾਡੇ ਸਰੀਰ ਦਾ ਦੁੱਖ ਦਲਿੱਦਰ ਦੂਰ ਹੁੰਦਾ, ਨਹਾਤੇ ਹਾਂ। ਗੁਣੀ ਜਨ ਇਹ ਥੋੜ੍ਹਾ ਕਹਿੰਦੇ ਆ ਵੀ ਹੁਣ ਅਸੀਂ ਨਹਾਉਣਾ ਹੀ ਨਹੀਂ, ਇਹ ਪਾਣੀ ਵਰਤਣਾ ਹੀ ਨਹੀਂ, ਵੀ ਇਹਦੇ ਵਿੰਗੀ ਟੇਢੀ ਚੱਲਦੀ ਗੰਗਾ। ਕਹਿੰਦੇ ਗੰਗਾ ਭਾਵੇਂ ਪਿੱਛੋਂ ਵਿੰਗੀ ਟੇਢੀ ਆਉਂਦੀ ਹੈ, ਪਰ ਗੁਣੀ ਜਨ ਪਾਣੀ ਦਾ ਸਤਿਕਾਰ ਕਰਕੇ ਉਹਨੂੰ ਛਕਦੇ ਵੀ ਹੈ ਤੇ ਉਹ 'ਚ ਇਸ਼ਨਾਨ ਵੀ ਕਰਦੇ ਹਨ। ਇਸੇ ਤਰ੍ਹਾਂ ਮੇਰੀ ਕਵਿਤਾ ਭਾਵੇਂ ਕਹਿੰਦੇ ਵੀ ਘੱਟ ਵੱਧ ਵੀ ਅੱਖਰ ਹੋਣ, ਪਰ ਇਹਦੇ ਵਿੱਚ ਮਹਾਰਾਜ ਦੀ ਮਹਿਮਾ ਹੈ ਤੇ ਗੁਰਮੁਖ ਜਨ ਉਸ ਮਹਿਮਾ ਨੂੰ ਸਰਵਣ ਕਰਦੇ ਹਨ। ਬਾਲਾ ਸੰਗਰਵਾਸ। ਆ ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਸਾਹਿਬ, ਕਹਿ ਬਾਲਾ ਸ਼੍ਰੀ ਅੰਗਦ ਸੁਣੀਏ। ਆ ਭਾਈ ਬਾਲਾ ਜੀ ਸਾਰੀ ਕਥਾ ਸੁਣਾ ਰਹੇ ਸੀ ਤੇ ਪੈੜਾ ਮੋਖਾ ਵਿਦਵਾਨ ਦੇ ਕੋਲੋਂ ਸੁਣ ਕੇ ਲਿਖ ਰਿਹਾ ਏ ਤੇ ਗੁਰੂ ਅੰਗਦ ਦੇਵ ਮਹਾਰਾਜ ਲਿਖਾ ਰਹੇ ਨੇ। ਤੇ ਭਾਈ ਬਾਲਾ ਜੀ ਕਹਿੰਦੇ, ਹੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਸੁਣੋ, ਗੁਰ ਕਥਾ ਬਿਮਲ ਗੁਣ ਗੁਣੀਏ। ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿਰਮਲ ਕਥਾ ਹੈ, ਇਹਨੂੰ ਵਿਚਾਰੀਏ, ਸ਼ੁਭ ਗੁਣਾਂ ਦੇ ਘਰ ਹੈ, ਸ਼ੁਭ ਗੁਣਾਂ ਦੇ ਦੇਣਹਾਰੀਏ। ਕਹਿੰਦੇ ਜਦੋਂ ਰਾਤ ਦੇ ਸਮੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਰਾਤ ਦੇ ਸਮੇਂ ਖੁਸ਼ੀ ਮਨਾਈ, ਕਲਿਆਣ ਚੰਦ ਜੀ ਖੁਸ਼ੀ ਦੇ ਵਿੱਚ ਸਮਾਏ ਨਾ। ਸਵੇਰ ਹੋਈ ਤੇ ਆਪਣੇ ਦਾਸ ਨੂੰ ਆਵਾਜ਼ ਮਾਰੀ, ਉਹਦਾ ਨਾਮ ਲੈ ਕੇ ਬੁਲਾਇਆ। ਆਪਣੇ ਸੇਵਕ ਨੂੰ ਕਹਿੰਦੇ ਵੀ ਇਦਾਂ ਕਰ ਵੀ ਜਿਹੜਾ ਆਪਣੇ ਤਲਵੰਡੀ ਦੇ ਵਿੱਚ ਬੜਾ ਹੀ ਸ੍ਰੇਸ਼ਟ ਬ੍ਰਾਹਮਣ ਰਹਿੰਦਾ ਹੈ, ਹਰਦਿਆਲ ਪੁਰੋਹਿਤ ਉਹਦਾ ਨਾਮ ਹੈ, ਤੇ ਤੂੰ ਦੌੜ ਕੇ ਉਹਦੇ ਘਰੇ ਚਲਾ ਜਾ। ਜਿਹੜਾ ਹਰਦਿਆਲ ਜੋਤਿਸ਼ ਵਿਦਿਆ ਵੀ ਜਾਣਦਾ ਏ ਤੇ ਹੋਰ ਵੀ ਬੜਾ ਸਿਆਣਾ, ਬੜਾ ਪ੍ਰਵੀਨ ਹੈ, ਉਹਦੇ ਘਰ ਪਹੁੰਚ। ਮਹਿਤਾ ਕਾਲੂ ਜੀ ਕਹਿਣ ਲੱਗੇ ਆਪਣੇ ਸੇਵਕ ਨੂੰ ਸਵੇਰ ਹੁੰਦਿਆਂ ਸਾਰ ਵੀ ਬਿਨਾਂ ਦੇਰੀ ਤੋਂ ਜਾ ਕੇ ਤੇ ਹਰਦਿਆਲ ਪੁਰੋਹਿਤ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆ। ਦਾਸ ਨੇ ਬਾਬਾ ਕਲਿਆਣ ਚੰਦ ਜੀ ਦੀ ਗੱਲ ਸੁਣੀ ਤੇ ਬੜੀ ਛੇਤੀ ਦੇ ਨਾਲ ਬ੍ਰਾਹਮਣ ਦੇ ਘਰੇ ਚਲੇ ਗਏ। ਦਰਵਾਜ਼ੇ ਦੇ ਖਲੋ ਕੇ ਤੇ ਆਵਾਜ਼ ਮਾਰੀ, ਪੰਡਤ ਜੀ ਬਾਹਰ ਆਓ।
ਹਰਦਿਆਲ ਜਦੋਂ ਹਰਦਿਆਲ ਪੁਰੋਹਿਤ ਨੇ ਕੰਨਾਂ 'ਚ ਆਵਾਜ਼ ਸੁਣੀ ਵੀ ਬਾਹਰ ਕੋਈ ਆਵਾਜ਼ਾਂ ਮਾਰਦਾ ਏ, ਆਗੇ ਦਰ ਨਿਕਸਿਓ ਤਤਕਾਲਾ ਉਸ ਵੇਲੇ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਆਇਆ। ਜੋ ਕਾਲੋ ਮੁਝੇ ਪਠਾਇਆ ਪਰ ਜਦੋਂ ਪੰਡਤ ਬਾਹਰ ਆਇਆ ਤੇ ਕਹਿੰਦਾ ਹਾਂ ਭਈ ਜਜਮਾਨ ਦੱਸ, ਤੇ ਜਿਹੜਾ ਕਾਲੂ ਕਲਿਆਣ ਚੰਦ ਜੀ ਦਾ ਸੇਵਕ ਸੀ ਨਾ, ਉਹ ਕਹਿਣ ਲੱਗਾ ਹੇ ਸ੍ਰੇਸ਼ਟ ਬ੍ਰਾਹਮਣ ਹਰਦਿਆਲ ਪੁਰੋਹਿਤ ਜੀ, ਬਾਬੇ ਕਲਿਆਣ ਚੰਦ ਨੇ ਮੈਨੂੰ ਭੇਜਿਆ ਹੈ। ਚਲੋ ਆਪ ਤਤਕਾਲ ਬੁਲਾਇਆ ਬੜੀ ਛੇਤੀ ਉਹਨਾਂ ਨੇ ਕਿਹਾ ਹੈ ਵੀ ਪੰਡਤ ਹਰਦਿਆਲ ਨੂੰ ਬੇਨਤੀ ਕਰੋ ਵੀ ਮੇਰੇ ਘਰੇ ਆਓ, ਤੇ ਇਸ ਕਰਕੇ ਤੁਸੀਂ ਛੇਤੀ ਚੱਲੋ, ਬਾਬੇ ਕਲਿਆਣ ਚੰਦ ਨੇ ਤੁਹਾਨੂੰ ਸੱਦਿਆ ਏ। ਮੈਂ ਜਹਾਉ ਆਮ ਕਰ ਪੂਜਾ ਪੰਡਤ ਕਹਿਣ ਲੱਗਾ ਵੀ ਠੀਕ ਹੈ, ਪਰ ਅਜੇ ਮੈਂ ਪੂਜਾ ਨਹੀਂ ਕੀਤੀ ਤੇ ਆਪਣਾ ਪੂਜਾ ਪਾਠ ਕਰਨ ਤੋਂ ਬਗੈਰ ਮੈਂ ਨਹੀਂ ਆਉਣਾ। ਉਹ ਨਿਯਮਾਂ ਦੇ ਵਿੱਚ ਪੱਕਾ ਸੀ, ਇਸੇ ਕਰਕੇ ਤੇ ਮਹਾਰਾਜ ਦੀ ਉੱਤੇ ਕਿਰਪਾ ਹੋਈ ਵੀ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਦੇ ਜਿਹੜੇ ਧਾਰਮਿਕ ਕਰਮ ਸੀ ਉਹ ਸਾਰੇ ਕਰਦਾ ਸੀ ਪ੍ਰੇਮ ਦੇ ਨਾਲ। ਪੰਡਤ ਕਹਿੰਦਾ ਵੀ ਅਜੇ ਤੇ ਮੈਂ ਪੂਜਾ ਕਰਨੀ ਹੈ ਤੇ ਪੂਜਾ ਕਰਕੇ ਫੇਰ ਆਵਾਂਗਾ। ਔਰ ਕਰੋ ਨੇ ਕਾਰਜ ਦੂਜਾ ਹਾਂ ਇੰਨਾ ਜ਼ਰੂਰ ਹੈ ਵੀ ਪੂਜਾ ਤੋਂ ਬਗੈਰ ਮੈਂ ਹੋਰ ਕੋਈ ਦੂਜਾ ਕੰਮ ਨਹੀਂ ਕਰੂੰਗਾ। ਦੂਜਾ ਕੰਮ ਤੁਹਾਡੇ ਆ ਕੇ ਤੁਹਾਡੇ ਘਰ ਵਿੱਚ ਆ ਕੇ ਕਰੂੰਗਾ ਜੋ ਤੁਸੀਂ ਕਹੋਗੇ। ਸੁਣੀ ਤੁਰ ਕੋ ਦੇਸ਼ਨ ਦਸ ਉਸ ਸਮੇਂ ਦਾਸ ਪੰਡਤ ਦਾ ਜਵਾਬ ਸੁਣ ਕੇ ਵਾਪਸ ਆ ਗਿਆ। ਕਾਲੂ ਪਾਸ ਭਰੀ ਅਰਦਾਸਾ ਬਾਬੇ ਕਾਲੂ ਜੀ ਨੂੰ ਸਾਰੀ ਗੱਲ ਦੱਸੀ ਵੀ ਪੰਡਤ ਪੂਜਾ ਕਰਕੇ ਆ ਜਾਵੇਗਾ। ਘੜੀ ਪਾਂਚ ਲੋ ਅਰਨਾ ਕਰਕੇ ਸਾਧ ਸੰਗਤ 5 ਘੜੀਆਂ ਤੱਕ ਹਰਦਿਆਲ ਪੁਰੋਹਿਤ ਜੋ ਵਿਧੀ ਦੇ ਨਾਲ ਆਪਣੀ ਪੂਜਾ ਕਰਦਾ ਸੀ, ਉਹ 5 ਘੜੀਆਂ ਦਾ ਸਮਾਂ ਪੂਜਾ ਕਰਦਾ ਰਿਹਾ। ਆਇਓ ਤ੍ਰਿਜ ਸ਼ੁਭ ਸ਼ਗਨ ਵਿਚਰਕ ਤੇ ਫਿਰ ਬ੍ਰਾਹਮਣ ਸੋਹਣਾ ਸ਼ਗਨ ਸੋਹਣਾ ਸਮਾਂ ਵੇਖ ਕੇ ਆਇਆ। ਇਹਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਆਉਣ ਤੋਂ ਬਾਅਦ ਸਾਰੀਆਂ ਗੱਲਾਂ ਬਦਲੀਆਂ, ਨਹੀਂ ਤੇ ਪਹਿਲਾਂ ਦੇ ਇਹੀ 80,000 ਸ਼ੁਰਤੀਆਂ ਦੇ ਇਸੇ ਕਰਕੇ ਲਿਖੀਆਂ ਨੇ। ਜਦੋਂ ਘਰੋਂ ਤੁਰਨਾ ਏ ਉਦੋਂ ਕਿਹੜਾ ਖੱਬਾ ਪੈਰ ਬਾਹਰ ਰੱਖਣਾ ਹੈ ਕਿ ਸੱਜਾ ਰੱਖਣਾ ਹੈ, ਕੱਪੜੇ ਕਿਹੜੇ ਵਾਰ ਨੂੰ ਕਿਹੜੇ ਪਹਿਨਣੇ ਹਨ, ਇਦਾਂ ਦੀਆਂ 80,000 ਸੁਰਤੀਆਂ ਨੇ। ਲੋਕ ਤੇ ਇਹ 'ਚ ਹੀ ਫਸੇ ਪਏ ਸੀ ਤੇ ਵੀ ਚੰਗਾ ਕੀ ਹੈ ਮਾੜਾ ਕੀ, ਸਗਣ ਕੀ ਆ ਸਗਣ ਕੀ ਆ। ਹੁਣ ਵੀ ਕਈ ਮਾਈਆਂ ਬੜਾ ਵਹਿਮ ਕਰਦੀਆਂ, ਜੇ ਕਿਸੇ ਨੇ ਨਿਸ਼ ਮਾਰਤੀ ਉਹਦੇ ਸਰੀਰ ਦੀ ਕਿਰਿਆ ਏ ਤੇ ਕਹਿੰਦੇ ਵੀ ਹੁਣ ਇਹ ਕੰਮ ਨਹੀਂ ਹੋਣਾ। ਜੇ ਮਗਰੋਂ ਆਵਾਜ਼ ਮਾਰਤੀ, ਕੋਈ ਗੱਲ ਚੇਤੇ ਆਈ ਹੈ, ਜੇ ਆਵਾਜ਼ ਮਾਰ ਲਈ ਤੇ ਇਹ 'ਚ ਕੀ ਮਾੜਾ ਵੀ ਕੋਈ ਕੰਮ ਚੱਲੇ ਆ ਤੇ ਜੇ ਕੋਈ ਆਵਾਜ਼ ਮਾਰ ਕੇ ਦੱਸ ਦੇ ਵੀ ਆ ਵੀ ਕਰ ਆਇਓ ਤੇ ਉਹ ਫਾਇਦਾ ਹੀ ਹੈ। ਕਹਿੰਦੇ ਵੀ ਮਗਰੋਂ ਆਵਾਜ਼ ਮਾਰਦੇ ਕੰਮ ਨਹੀਂ ਹੋਣਾ। ਜੇ ਕੋਈ ਬਾਲਟਾ ਜਾਂ ਕੋਈ ਟੋਕਰਾ ਖਾਲੀ ਲਈ ਜਾਂਦੀ ਮਾਈ ਟੱਕਰ ਦੇ, ਪੁਰਾਣੀਆਂ ਮਾਈਆਂ ਕਹਿੰਦੀਆਂ ਹੁਣ ਕੰਮ ਨਹੀਂ ਹੋਣਾ। ਇਦਾਂ ਦੇ ਬੜੇ ਹੀ ਸ਼ਗਨ ਅਪਸ਼ਗਨ ਮੰਨੇ ਸਨ। ਇਹਦੇ ਸਤਿਗੁਰਾਂ ਨੇ ਕਿਹਾ ਵੀ ਸ਼ਗਨ ਅਪਸ਼ਗਨ ਤਿਸ ਲਗੈ ਜਿਸ ਚੀਤ ਨਾ ਆਵੈ। ਇਹ ਸਾਰਾ ਕੁਝ ਉਹ 'ਤੇ ਚੰਬੜਦਾ ਜਿਹੜਾ ਰੱਬ ਨੂੰ ਭੁਲਾਈ ਬੈਠਾ ਏ। ਤੇ ਹੁਣ ਪੰਡਤ ਸੀ, ਇਹਨੇ ਵੀ ਸ਼ਗਨ ਅਪਸ਼ਗਨ ਵੇਖਿਆ। ਇਹਦੇ ਗੁਰੂ ਸਾਹਿਬ ਨੇ ਬਾਅਦ ਚੱਕਰਾਂ ਤੋਂ ਕੱਢਿਆ ਵੀ ਜਦੋਂ ਵੀ ਕਿਤੇ ਜਾਣਾ ਉਦੋਂ ਅਰਦਾਸ ਕਰਕੇ ਤੁਰੋ, ਅਰਦਾਸ ਕਰਕੇ ਤੁਰੋਗੇ ਸਾਰੇ ਹੀ ਸਮੇਂ ਭਲੇ ਹੈ। ਨਾਮ ਜਪੋਗੇ ਤੇ ਸਮਾਂ ਭਲਾ, ਜੇ ਨਾਮ ਨਹੀਂ ਜਪੋਗੇ ਤੇ ਸਮਾਂ ਬੁਰਾ। ਨਾਮ ਜਪਣਾ ਹੀ ਸ਼ੁਭ ਸ਼ਗਨ ਹੈ ਤੇ ਨਾਮ ਤੋਂ ਬੇਮੁਖ ਹੋਣਾ ਇਹ ਤੋਂ ਵੱਡਾ ਮਾੜਾ ਸ਼ਗਨ ਕੋਈ ਹੋ ਹੀ ਨਹੀਂ ਸਕਦਾ। ਤੇ ਪੰਡਤ ਹਰਦਿਆਲ ਸੋਹਣਾ ਸਮਾਂ ਵੇਖ ਕੇ ਤੇ ਮਹਾਰਾਜ ਸਾਹਿਬ ਦੇ ਘਰ ਨੂੰ ਚੱਲ ਪਿਆ। ਕਾਲੂ ਕੋ ਸਵਸਤੈਨ ਸੁਨਾਇਓ ਘਰ ਦੇ ਵਿੱਚ ਆਇਆ ਤੇ ਆਉਂਦੇ ਅਨੁਸਾਰ ਬਾਬੇ ਕਲਿਆਣ ਚੰਦ ਨੂੰ ਅਸ਼ੀਰਵਾਦ ਦਿੱਤਾ। ਸ਼ਾਹ ਕੋ ਉਰ ਹਰਸਾਇਓ ਜਦੋਂ ਵੇਖਿਆ ਨਾ ਵੀ ਘਰ ਦਾ ਮਾਹੌਲ ਚਾਲ ਖੁਸ਼ੀਆਂ ਖੇੜਿਆਂ ਵਾਲਾ ਹੈ, ਵੀ ਸਾਰਿਆਂ ਦੇ ਪੱਬ ਪੈਰ ਧਰਤੀ ਦੇ ਨਹੀਂ ਲੱਗਦੇ, ਉੱਡਦੇ ਹੀ ਫਿਰ ਰਹੇ ਟੱਬਰ ਦੇ ਜੇ। ਤੇ ਪੰਡਤ ਨੇ ਅੰਦਾਜ਼ਾ ਲਾ ਲਿਆ ਵੀ ਖੁਸ਼ੀ ਦਾ ਸਮਾਂ ਹੈ। ਤੇ ਪੰਡਤ ਹਰਦਿਆਲ ਵੀ ਕਹਿੰਦੇ ਬੜੇ ਪ੍ਰਸੰਨ ਹੋ ਕੇ ਅੰਦਰ ਆ ਗਿਆ। ਬਾਬਾ ਕਲਿਆਣ ਚੰਦ ਜੀ ਕਹਿੰਦੇ ਆਓ ਪੰਡਤ ਜੀ, ਆਓ ਹਰਦਿਆਲ ਜੀ ਦੇ ਘਰ ਦੇ ਵਿਹੜੇ ਦੇ ਵਿੱਚ ਬੜੇ ਸਤਿਕਾਰ ਨਾਲ ਸੋਹਣਾ ਆਸਣ ਢਾ ਕੇ ਪਲੰਘਾ ਢਾ ਕੇ ਉਹਦੇ ਉੱਤੇ ਬ੍ਰਾਹਮਣ ਨੂੰ ਬਿਠਾਇਆ। ਬੜਾ ਪ੍ਰੇਮ ਕਰਕੇ ਬਿਠਾਇਆ। ਆਓ ਜੀ ਬੈਠੋ ਜੀ, ਸਤਿਕਾਰ ਕਰਕੇ ਬਿਠਾ ਕੇ ਤੇ ਫਿਰ ਉਹਦੇ ਨੇੜੇ ਬਾਬਾ ਕਲਿਆਣ ਚੰਦ ਜੀ ਵੀ ਬੈਠ ਗਏ। ਕਹਿ ਕਾਲੂ ਸੁਨ ਸੋਨ ਤਜਰਿੰਦੋ। ਬਾਬਾ ਕਲਿਆਣ ਚੰਦ ਜੀ ਕਹਿੰਦੇ ਹੇ ਪੰਡਤਾਂ ਬ੍ਰਾਹਮਣਾਂ ਦੇ ਵਿੱਚੋਂ ਸ੍ਰੇਸ਼ਟ ਤੇ ਸਿਆਣੇ ਪੰਡਤ ਹਰਦਿਆਲ ਜੀ, ਮੇਰੀ ਗੱਲ ਆਪਣੇ ਕੰਨਾਂ ਦੇ ਵਿੱਚ ਸੁਣੋ।
ਗੋਬਿੰਦ ਪਰਮੇਸ਼ਰ ਨੇ ਮੇਰੇ ਘਰ ਦੇ ਵਿੱਚ ਬੜਾ ਸੋਹਣਾ ਲਾਲ ਦਿੱਤਾ ਏ। ਅੱਜ ਰਾਤ ਹੀ ਮੇਰੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਏ। ਮੁਝ ਪਰ ਨਿਜ ਅਨੁਕੰਪਾ ਤਾਰ। ਪਰਮੇਸ਼ਰ ਦੀ ਕਿਰਪਾ ਦੇ ਨਾਲ ਬਾਲਕ ਜਨਮਿਆ ਏ ਤੇ ਹੁਣ ਤੁਸੀਂ ਵੀ ਆਪਣੀ ਕਿਰਪਾ ਮੇਰੇ ਤੇ ਕਰੋ। ਉਹਦ ਮਹੂਰਤ ਲਗਨ ਵਿਚਾਰ। ਉਹ ਕਿਰਪਾ ਇਹ ਕਰੋ ਵੀ ਮੁਹੂਰਤ ਸੋਧੋ, ਸਾਰਾ ਲਗਨ ਵਿਚਾਰੋ, ਕਿਉਂਕਿ ਜਿੱਦਾਂ ਦੀ ਉਦੋਂ ਰੀਤੀ ਸੀ ਉਸ ਰੀਤੀ ਮੁਤਾਬਕ ਬਾਬਾ ਕਲਿਆਣ ਚੰਦ ਜੀ ਕਰਾ ਰਹੇ ਆ। ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਮਹੂਰਤ ਮਾਰਤ ਚੱਕਦੇ, ਕਹਿੰਦੇ ਵੀ ਜਿਹੜਾ ਨਾਮ ਜਪੇ ਇਹੀ ਮਹੂਰਤ ਸਫਲਾ ਏ। ਇਹ ਪਹਿਲਾਂ ਇਦਾਂ ਦੀ ਹੀ ਮਰਿਆਦਾ ਸੀ ਤੇ ਹੁਣ ਬਾਬਾ ਕਲਿਆਣ ਚੰਦ ਜੀ ਪੰਡਤ ਹਰਦਿਆਲ ਨੂੰ ਕਹਿੰਦੇ ਵੀ ਇਹ ਵੇਖੋ ਵੀ ਜਦੋਂ ਬਾਲਕ ਨੇ ਜਨਮ ਲਿਆ ਹੈ ਮੇਰੇ ਘਰੇ, ਉਹ ਮਹੂਰਤ ਵੇਖੋ, ਉਹ ਲਗਨ ਵਿਚਾਰੋ ਵੀ ਕਿੱਦਾਂ ਦਾ ਸੀ ਇਹ ਬਾਲਕ, ਕਿਹੋ ਜਿਹਾ ਹੋਵੇਗਾ। ਭੇਦ ਸ਼ੁਭਾਸ਼ੁਭ ਸਭ ਲਖ ਲੀਜੈ। ਚੰਗਾ ਮਾੜਾ ਭੇਦ ਸਾਰਾ ਪੰਡਤ ਜੀ ਚੰਗੀ ਤਰ੍ਹਾਂ ਜਾਣ ਲਓ ਤੇ ਮੈਨੂੰ ਵੀ ਦੱਸੋ ਵੀ ਇਹ ਕਿਹੋ ਜਿਹੇ ਸ਼ਗਨਾਂ ਵਾਲਾ ਬੱਚਾ ਏ। ਪਤਰੀ ਇਸ ਕੀ ਲਿਖ ਲੀਜੈ। ਨਾਲ ਇਹ ਵੀ ਕਿਹਾ ਵੀ ਇਹਦੀ ਜਨਮ ਪੱਤਰੀ ਲਿਖ ਦਿਓ, ਸਾਰਾ ਵੇਰਵਾ ਲਿਖ ਦਿਓ, ਤਰੀਕ ਵਾਰ ਥਿਤ ਵਾਰ ਹਰ ਇੱਕ ਚੀਜ਼ ਇਹਦੇ ਸ਼ਗਨ ਸਗਨ ਸਮਾਂ ਚੰਗਾ ਮਾੜਾ ਜੋ ਵੀ ਇਹ ਲਿਖ ਦਿਓ। ਹੁਕਮ ਕਾਗਦ ਕਾਲੂ ਵਨ ਹੋ। ਆ ਸੁਣ ਕੇ ਹਰਦਿਆਲ ਪੁਰੋਹਿਤ ਕਹਿੰਦਾ ਵੀ ਠੀਕ ਆ ਕਲਿਆਣ ਚੰਦ ਲਿਖ ਦਿੰਨੇ ਐ ਵੀ ਜਾਂ ਏਦਾਂ ਕਰ ਵੀ ਪਹਿਲਾਂ ਕੇਸਰ ਤੇ ਕਾਗਜ਼ ਕਲਮ ਦਵਾਤ ਲੈ ਕੇ ਆ। ਗਣਪਤ ਪੂਜ ਗ੍ਰਹਿਣ ਸਨਮਾਨ ਹੋ। ਮੈਂ ਸਾਰਿਆਂ ਤੋਂ ਪਹਿਲਾਂ ਕਹਿੰਦਾ ਵੀ ਗਣਪਤ ਦੇ ਗ੍ਰਹਿਾਂ ਦੀ ਪੂਜਾ ਕਰਾਂਗਾ, ਕਿਉਂਕਿ ਗਣੇਸ਼ ਨੂੰ ਹੀ ਜਦੋਂ ਹਿੰਦੂ ਧਰਮ ਦੇ ਵਿੱਚ ਕੋਈ ਵੀ ਗੱਲ ਹੁੰਦੀ ਪਹਿਲਾਂ ਗਣੇਸ਼ ਨੂੰ ਜਾਂ ਗ੍ਰਹਿਾਂ ਨੂੰ ਮਨਾਉਂਦੇ। ਇਹਦੇ ਮਹਾਰਾਜ ਨੇ ਬਾਅਦ ਦੇ ਵਿੱਚ ਆ ਕੇ ਕਿਹਾ ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਉ ਕਿਸਨ ਬਿਸਨ ਕਬ ਹੁਨੈ ਧਿਆਉ ਕਾਨ ਸੁਨੇ ਪਹਿਚਾਨ ਨਾ 300 ਲਿਵ ਲਾਗੀ ਮੋਰੀ ਪਾਗਿਨ ਸੋ। ਵੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਚਨ ਹੋਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਉਪਦੇਸ਼ ਦੇਣਾ ਜਿੱਦਣ ਆਰੰਭ ਕਰ ਦਿੱਤਾ, ਗੋਪਾਲ ਪਾਂਧੇ ਤੋਂ ਲੈ ਕੇ ਉਦਣ ਤੋਂ ਫਿਰ ਮਹਾਰਾਜ ਦੀ ਸਿੱਖਿਆ ਆਰੰਭ ਹੋਈ। ਗੁਰੂ ਦੇ ਭਾਵੇਂ ਸਤਿਗੁਰੂ ਸਾਹਿਬ ਜੀ ਧੁਰੋਂ ਹੀ ਬਣ ਕੇ ਆਏ ਸੀ, ਜਿਵੇਂ ਬਾਕੀ ਸਤਿਗੁਰਾਂ ਦੇ ਗਰਿਆਈ ਪੁਰਬ ਆਪਾਂ ਮਨਾਉਂਦੇ ਆ, ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਹੀ ਗਰਿਆਈ ਪੁਰਬ ਹੈ। ਜਿੱਦਣ ਪ੍ਰਕਾਸ਼ ਹੋਇਆ ਉਦਣ ਹੀ ਮਹਾਰਾਜ ਦਾ ਗਰਿਆਈ ਪੁਰਬ ਹੈ। ਉਦਣ ਧੁਰੋਂ ਹੀ ਗੁਰੂ ਬਣ ਕੇ ਆਏ ਸਨ। ਪਰਮੇਸ਼ਰ ਨੇ ਕਿਹਾ ਸੀ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਨਾਨਕ ਤੂੰ ਗੁਰ ਪਰਮੇਸ਼ਰ, ਤੇਰੇ ਮੇਰੇ ਮੈਂ ਭੇਦ ਨਾ ਕਾਈ। ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ ਹੈ, ਤੂੰ ਗੁਰੂ ਪਰਮੇਸ਼ਰ ਹੈ ਤੇ ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ। ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਧੁਰੋਂ ਗੁਰੂ ਹਨ, ਇਹ ਸਤਿਗੁਰਾਂ ਨੇ ਬਾਅਦ ਵਿੱਚ ਸਿੱਖੀ ਦ੍ਰਿੜ ਕਰਾਈ। ਤੇ ਜਿਹੜੇ ਆ ਕੁਝ ਬਚਨ ਆਉਣੇ ਨੇ ਨਾ, ਪੱਤਰੀ ਬਣਾਈ, ਗ੍ਰਹਿਆਂ ਦੀ ਪੂਜਾ, ਫਲਾਨੀ ਪੂਜਾ, ਇਹ ਉਸ ਹਿਸਾਬ ਦੇ ਨਾਲ ਧਾਰਮਿਕ ਪੂਜਾ ਹੀ ਹੈ, ਕੋਈ ਮਾੜੇ ਕਰਮ ਨਹੀਂ ਸੀ। ਇਹ ਸਤਿਗੁਰਾਂ ਨੇ ਉਲਝਣ ਚੋਂ ਕੱਢਿਆ ਵੀ ਕੱਲੇ ਕੱਲੇ ਦੇਵਤੇ ਨੂੰ ਕਿੱਥੇ ਮਨਾਉਂਦੇ ਫਿਰੋਗੇ। 33 ਕਰੋੜ ਦੇਵੀ ਦੇਵਤੇ ਆ, ਇੱਕ ਰੁੱਸ ਗਿਆ ਫਿਰ ਬਾਕੀਆਂ ਨੂੰ ਮਨਾਉਣਾ, ਫਿਰ ਉਹਨੂੰ ਮਨਾਉਣਾ, ਕਹਿੰਦੇ ਇੱਕ ਪਰਮੇਸ਼ਰ ਨੂੰ ਮਨਾਓ। ਇਹ ਸਤਿਗੁਰੂ ਸਾਹਿਬ ਨੇ ਸਾਡਾ ਸਮਾਂ ਵੀ ਬਚਾਤਾ ਤੇ ਸਾਨੂੰ ਟਿਕਾਣੇ ਲਾ ਦਿੱਤਾ। ਜਿਵੇਂ ਕਹਿੰਦੇ ਨਾ ਵੀ ਹੱਥ ਸਿਰੇ ਦੇ ਪੈ ਜਾਣਾ, ਇਹ ਸਿਰੇ ਦੇ ਹੱਥ ਪਾਇਆ ਗੁਰੂ ਨਾਨਕ ਦੇਵ ਸਾਹਿਬ ਨੇ, ਨਹੀਂ ਤੇ ਇੱਧਰ ਉੱਧਰ ਧੱਕੇ ਹੀ ਖਾਂਦੇ ਸੀ। ਤੇ ਉਸੇ ਤਰ੍ਹਾਂ ਹੀ ਉਹ ਪੰਡਤ ਕਹਿੰਦਾ ਵੀ ਮੈਂ ਗਣੇਸ਼ ਦੀ ਤੇ ਗ੍ਰਹਿਾਂ ਦੀ ਪੂਜਾ ਕਰਾਂਗਾ ਪਹਿਲਾਂ। ਬਾਲਕ ਸ਼ਬਦ ਲੈ ਜੋ ਜਨਮ। ਕਹਿੰਦਾ ਆਓ ਫਿਰ ਮੇਰੇ ਲਾਗੇ ਬਹਿ ਜਾਓ ਤੇ ਹੁਣ ਮੈਂ ਲੱਗਾ ਲਿਖਣ ਤੇ ਪਹਿਲਾਂ ਮੈਂ ਬਣਾਵਾਂਗਾ ਖਾਖਾ ਤਿਆਰ ਕਰਾਂਗਾ। ਇਹ ਦੱਸੋ ਵੀ ਜਦੋਂ ਬਾਲਕ ਦਾ ਜਨਮ ਹੋਇਆ, ਕਿਉਂਕਿ ਉਹਨਾਂ ਵਾਸਤੇ ਤਾਂ ਬਾਲਕ ਹੀ ਸੀ, ਕਿ ਜਦੋਂ ਸਤਿਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਸਿੱਖ ਇੱਦਾਂ ਕਹੇਗਾ, ਪੰਡਤ ਕਹਿੰਦਾ ਵੀ ਜਦੋਂ ਕਲਿਆਣ ਚੰਦ ਜੀ ਬਾਲਕ ਦਾ ਜਨਮ ਹੋਇਆ ਤੇ ਉਦੋਂ ਜੰਮਦਿਆਂ ਸਾਰ ਉਹਨੇ ਮੁਖੋਂ ਕਿਹੜਾ ਸ਼ਬਦ ਕਿਹਾ, ਪਹਿਲੀ ਆਵਾਜ਼ ਉਹਦੇ ਮੁਖ ਚੋਂ ਕਿਹੜੀ ਆਈ ਹੈ? ਉਹ ਸ਼ਬਦ ਸੁਣਾਓ ਸ਼ਰਮਾ। ਉਹ ਮੇਰੇ ਕੰਨਾਂ ਵਿੱਚ ਸੁਣਾਓ ਵੀ ਇਹ ਉੱਚੀ ਉੱਚੀ ਰੋਇਆ ਸੀ ਜਾਂ ਚੁੱਪ ਸੀ ਜਾਂ ਕੁਝ ਹੋਰ ਬੋਲਿਆ, ਜੋ ਵੀ ਬੋਲਿਆ ਮੇਰੇ ਕੰਨਾਂ ਦੇ ਵਿੱਚ ਉਹ ਆਵਾਜ਼ ਦਿਓ, ਮੈਂ ਉਹ ਵੀ ਲਿਖਣੀ ਹੈ। ਉਹ ਕਾਲ ਕਿਸ ਜਨਮ ਸੁਣਾਓ। ਇਹ ਵੀ ਮੈਨੂੰ ਦੱਸੋ ਵੀ ਬਾਲਕ ਦਾ ਜਨਮ ਕਿਹੜੇ ਸਮੇਂ ਹੋਇਆ, ਵੀ ਉਦੋਂ ਸਮਾਂ ਕੀ ਸੀ, ਕਿੰਨੇ ਪਹਿਰ ਬੀਤੇ ਸੀ, ਕਿੰਨੀਆਂ ਘੜੀਆਂ, ਕਿਹੜੇ ਪਲ ਬੀਤੇ ਸਨ ਸਮੇਂ ਦੇ। ਜੋ ਧਾਏ ਹਦੂਰ ਬਲਾਵੋ। ਤੇ ਬਾਬਾ ਕਲਿਆਣ ਚੰਦ ਜੀ ਕਹਿੰਦੇ ਵੀ ਇਹ ਗੱਲ ਸਾਰੀ ਦਾਈ ਨੂੰ ਪਤਾ ਹੋਣੀ ਹੈ। ਤੇ ਉਹ ਕਹਿੰਦੇ ਫਿਰ ਇਦਾਂ ਕਰੋ ਵੀ ਛੇਤੀ ਦਾਈ ਨੂੰ ਮੇਰੇ ਕੋਲ ਸੱਦੋ ਤੇ ਦਾਈ ਨੂੰ ਸਾਰੇ ਸਮੇਂ ਬਾਰੇ ਪੁੱਛੀਏ। ਸ੍ਰੀ ਨਾਨਕ ਕੀ ਦੌਲਤ ਦਾਈ। ਦੌਲਤਾਂ ਦਾਈ ਸੀ ਉਹ ਭਾਗਾਂ ਭਰੀ। ਜਦੋਂ ਇਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਪ੍ਰਕਾਸ਼ ਸਮੇਂ ਸਤਿਗੁਰਾਂ ਦੀ ਤੇ ਸਤਿਗੁਰਾਂ ਦੀ ਮਾਤਾ ਦੀ ਸੇਵਾ ਕੀਤੀ। ਲੋਕਾਂ ਨੂੰ ਤਤਕਾਲ
ਤਤਕਾਲ ਬੁਲਾਏ। ਆਪਣੀ ਦਾਸੀ ਭੇਜ ਕੇ ਬਾਬਾ ਕਲਿਆਣ ਚੰਦ ਜੀ ਨੇ ਬੜੀ ਛੇਤੀ ਸੱਦ ਲਿਆ ਵੀ ਜਾਓ ਦਾਈ ਦੌਲਤਾਂ ਨੂੰ ਕਹੋ ਵੀ ਆਵੇ। ਇੱਥੇ ਪੰਡਤ ਹਰਦਿਆਲ ਜੀ ਆਏ ਸੱਦਦੇ ਹਨ। ਪਠੇ ਦਾਸ ਸੌਜ ਮੰਗਾਏ। ਬਾਕੀ ਸੇਵਕ ਵੀ ਭੇਜਤੇ ਵੀ ਜਿਹੜੀ ਸਮੱਗਰੀ ਕਹੀ ਸੀ ਪੰਡਤ ਨੇ ਵੀ ਮੈਨੂੰ ਚਾਹੀਦੀ ਹੈ, ਉਹ ਸਮੱਗਰੀ ਸਾਰਾ ਸਮਾਨ ਮੰਗਾ ਲਿਆ। ਜੋ ਦਿਨ ਪਰ ਦੀਨ ਰਜਾਈ। ਜਿਹੜੀ ਆਗਿਆ ਕੀਤੀ ਸੀ ਹਰਦਿਆਲ ਪ੍ਰੋਤ ਨੇ ਜਿਵੇਂ ਕਿਹਾ ਵੀ ਆ ਵੀ ਲੈ ਆਓ, ਕੇਸਰ ਲੈ ਆਓ, ਚੰਦਨ ਲੈ ਆਓ, ਫਲਾਨੀ ਚੀਜ਼ ਲੈ ਆਓ, ਆਹ ਵਸਤੂ ਲੈ ਆਓ, ਸਾਰਾ ਕੁਝ ਲੈ ਆਏ। ਹੋਰਾ ਗ੍ਰਹਿ ਭਿਖਕ ਕੀ ਵਸਤੂ ਸਭ ਕਾਲੋ ਤੈਤੇ ਜਾਏ। ਤਾਂ ਜੋ ਗ੍ਰਹਿ ਪੂਜਾ ਕਰਨ ਦੇ ਲਈ ਜਿਹੜੀ ਸਮੱਗਰੀ ਪੰਡਤ ਨੇ ਮੰਗੀ ਸੀ ਉਹ ਬਾਬਾ ਕਲਿਆਣ ਚੰਦ ਜੀ ਦੇ ਸੇਵਕ ਸਾਰੀ ਲੈ ਕੇ ਆ ਗਏ। ਮੋਰੋ ਬੈਸਿਓ ਪਾਸ ਪਿਪ ਬਦਨਾ ਬਚਨ ਲਾਏ। ਜਦੋਂ ਸਾਰੀ ਤਿਆਰੀ ਹੋ ਗਈ ਤੇ ਫੇਰ ਬਾਬਾ ਕਾਲੂ ਜੀ ਆ ਕੇ ਤੇ ਹਰਦਿਆਲ ਪ੍ਰੋਹਤ ਦੇ ਕੋਲ ਬੈਠ ਗਏ। ਜਦੋਂ ਬੈਠ ਗਏ ਉਸ ਵੇਲੇ ਤਾਈਂ ਦਾਈ ਵੀ ਆ ਗਈ ਤੇ ਪੰਡਤ ਆਪਣੇ ਮੂੰਹ ਤੋਂ ਮੁਖੋਂ ਬਚਨ ਕਰਦਿਆਂ ਕਹਿਣ ਲੱਗਾ ਭਈ ਕਟੀ ਇੱਕ ਦੋ ਜਾਮ ਤਰਜਾਮਾ। ਪੰਡਤ ਕਹਿੰਦਾ ਹੈ ਦਾਈ ਦੌਲਤਾਂ ਇਹ ਦੱਸ ਬਾਲਕ ਜਦੋਂ ਜਨਮ ਲਿਆ ਕੀ ਬੋਲਿਆ ਸੀ, ਕਿਹੜੇ ਸਮੇਂ ਜਨਮ ਹੋਇਆ? ਤੇ ਦਾਈ ਦੌਲਤਾਂ ਭਾਗਾਂ ਭਰੀ ਦਾਈ ਕਹਿਣ ਲੱਗੀ ਏ ਪੰਡਤ ਜੀ ਘਟੀ ਏਕ ਦੋ ਜਾਮ ਤਰਜਾਮਾ ਵੀ ਜੋ ਇਹ ਪੂਰਨਮਾਸੀ ਦੀ ਰਾਤ ਹੈ ਇਸ ਰਾਤ ਦੇ 2 ਪਹਿਰ ਬਤੀਤ ਹੋਏ ਸਨ ਤੇ 1 ਘੜੀ ਬਤੀਤ ਹੋਈ ਸੀ। ਭਾਵ 12:30 ਤੇ ਪੌਣੇ 1 ਵਜੇ ਦਾ ਸਮਾਂ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ। ਕੌਣ ਸ਼ਬਦ ਲੈ ਉਪਜਿਓ ਬਾਲਕ। ਬਿਤੀ ਹੁਤੇ ਸੇਸ ਭਾਵ ਅਬਰਾਮਾ ਕਹਿੰਦੇ ਵੀ ਜਿਸ ਵੇਲੇ ਇਸ ਸੁੰਦਰ ਬਾਲਕ ਨੇ ਜਨਮ ਲਿਆ ਜਦੋਂ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ ਤੇ ਦਾਈ ਦੌਲਤਾਂ ਕਹਿੰਦੀ ਉਦੋਂ ਇਹ 2 ਪਹਿਰ ਤੇ 1 ਘੜੀ ਦਾ ਰਾਤਰੀ ਦੇ ਸਮੇਂ ਦਾ ਬੜਾ ਸੋਹਣਾ ਬੜਾ ਸੁੰਦਰ ਸਮਾਂ ਸੀ। ਕੌਣ ਸ਼ਬਦ ਲੈ ਉਪਜਿਓ ਬਾਲਕ। ਫਿਰ ਪੰਡਤ ਕਹਿਣ ਲੱਗਾ ਦਾਈ ਇਹ ਵੀ ਦੱਸ ਵੀ ਜਦੋਂ ਬਾਲਕ ਪੈਦਾ ਹੋਇਆ ਤੇ ਉਹਨੇ ਪੈਦਾ ਹੁੰਦਿਆਂ ਸਾਰ ਮੁਖੋਂ ਪਹਿਲਾਂ ਕਿਹੜਾ ਸ਼ਬਦ ਕਿਹਾ, ਕਿਹੜੀ ਆਵਾਜ਼ ਮਾਰੇ? ਆਏ ਬਤਾਵੋ ਸੋ ਤਤਕਾਲਕ। ਇਹ ਦਾਈ ਮੈਨੂੰ ਇਹ ਵੀ ਛੇਤੀ ਦੱਸ ਵੀ ਉਸ ਵੇਲੇ ਬਾਲਕ ਦੇ ਮੁਖੋਂ ਸ਼ਬਦ ਕਿਹੜਾ ਪਹਿਲਾਂ ਨਿਕਲਿਆ? ਹੋਲੀ ਬਚਨ ਦੌਲਤਾਂ ਦਾਈ। ਦੌਲਤਾਂ ਦਾਈ ਕਹਿਣ ਲੱਗੀ ਪੰਡਤ ਜੀ ਸੁਣੋ। ਬਰਤਾਂਤ ਅਹੋਦ ਜਰਾਏ। ਇਹ ਸਾਰੇ ਪੰਡਤਾਂ ਦੇ ਵਿੱਚੋਂ ਸ਼੍ਰੋਮਣੀ ਤੇ ਸ੍ਰੇਸ਼ਟ ਬ੍ਰਾਹਮਣ ਹਰਦਿਆਲ ਜੀ ਮੈਂ ਤੁਹਾਨੂੰ ਦੱਸਦੀ ਹਾਂ ਉਹ ਜਿਹੜਾ ਸਮਾਂ ਹੈ ਚੇਤਾ ਕਰਕੇ ਤੇ ਮੈਂ ਹੈਰਾਨ ਹੋ ਜਾਨੀ ਹਾਂ। ਉਸ ਜਨਮੇ ਮਮ ਕਰਮਾਹੀ। ਮੇਰੇ ਇਹਨਾਂ ਹੱਥਾਂ ਦੇ ਵਿੱਚ ਤਲਵੰਡੀ ਦੇ ਬੜੇ ਬੱਚੇ ਜੰਮੇ, ਬੜਿਆਂ ਬਾਲਕਾਂ ਦਾ ਜਨਮ ਹੋਇਆ ਜਿਹੜੇ ਮੇਰੇ ਹੱਥਾਂ 'ਚ ਜੰਮੇ ਉਹਨਾਂ ਦੇ ਵੀ ਗਾੜੀ ਪੁੱਤਰ ਮੇਰੇ ਹੱਥਾਂ 'ਚ ਜੰਮੇ। ਇੰਨੇ ਬਾਲਕਾਂ ਨੂੰ ਮੈਂ ਜਨਮ ਦੇਣ ਸਮੇਂ ਸੇਵਾ ਕੀਤੀ ਹੈ ਪਰ ਇੰਨੇ ਬਾਲਕ ਜਨਮੇ ਮੈਂ ਸੇਵਾ ਕਰਦੀ ਰਹੀ। ਪਰ ਇਹ ਅਚਰਜ ਹੈ ਹਰਦਿਆਲ ਜੀ ਇਹ ਕੌਤਕ ਮੈਂ ਕਦੀ ਨਹੀਂ ਵੇਖਿਆ। ਜਿਵੇਂ ਵੱਡੇ ਸਿਆਣੇ ਬੰਦੇ ਆਪਸ ਦੇ ਵਿੱਚ ਬੜੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਮਿਲਦੇ ਹਨ, ਜਿਵੇਂ ਹੱਸ ਕੇ ਮਿਲਦੇ ਨੇ ਤੇ ਜਦੋਂ ਇਹਨਾਂ ਦਾ ਜਨਮ ਹੋਇਆ ਕਹਿੰਦੇ ਜਨਮ ਲੈਂਦਿਆਂ ਸਾਰੇ ਇਹਨਾਂ ਕਿਲਕਾਰੀ ਮਾਰੀ, ਕਿਲਕਾਰੀ ਮਾਰ ਕੇ ਤੇ ਹੱਸ ਕੇ ਜਿਵੇਂ ਮਿਲ ਰਹੇ ਹੋਣ। ਇਹਨਾਂ ਨੇ ਬੜਾ ਭਲਾ ਸ਼ਬਦ ਕੀਤਾ, ਬੜੀ ਸੋਹਣੀ ਇਹਨਾਂ ਦੇ ਮੁਖੋਂ ਆਵਾਜ਼ ਨਿਕਲੀ। ਸਾਧ ਸੰਗਤ ਜੀ ਭਾਵੇਂ ਉਸ ਵੇਲੇ ਬਾਲ ਸਰੂਪ ਦੇ ਵਿੱਚ ਮਹਾਰਾਜ ਜੀ ਦੇ ਜਿਵੇਂ ਸਰੀਰ ਦੀ ਬਣਤਰ ਦੇ ਹਿਸਾਬ ਨਾਲ ਆਵਾਜ਼ ਸਾਫ਼ ਨਹੀਂ, ਪਰ ਜਿਹੜੇ ਅਨੁਭਵੀ ਨੇ ਨਾ ਅਨੁਭਵੀ ਗੁਰਸਿੱਖਾਂ ਦੇ ਮਨ ਦੇ ਵਿੱਚ ਇਹ ਭਾਵਨਾ ਪ੍ਰਗਟ ਹੁੰਦੇ ਜਦੋਂ ਮਹਾਰਾਜ ਸਾਹਿਬ ਪ੍ਰਗਟ ਹੋਏ ਤੇ ਮਹਾਰਾਜ ਨੇ ਕਲਕਾਰੀ ਮਾਰੀ। ਜਦੋਂ ਪਹਿਲਾ ਸ਼ਬਦ ਕਿਹਾ ਹੋਵੇਗਾ ਮੁਖੋਂ ਤੇ ਧੁਨੀ ਇਹੋ ਹੀ ਨਿਕਲੀ ਹੋਵੇਗੀ ਇੱਕ ਓੰਕਾਰ। ਇਹ ਧੁਨੀ ਗੁਰੂ ਨਾਨਕ ਸਾਹਿਬ ਦੇ ਮੁਖਾਰਬਿੰਦ ਤੋਂ ਪ੍ਰਗਟ ਹੋਈ ਹੋਵੇਗੀ। ਤਾਈਓ ਦਾਈ ਦੌਲਤਾਂ ਕਹਿੰਦੇ ਪੰਡਤ ਜੀ ਬੜਾ ਸੋਹਣਾ ਹੀ ਸ਼ਬਦ ਬੋਲਿਆ ਇਹਨਾਂ ਨੇ, ਕੋਈ ਭਲਾ ਹੀ ਸ਼ਬਦ ਬੋਲਿਆ ਇਹਦੇ ਹੱਸ ਕੇ ਮਿਲੇ ਹਨ। ਇਹ ਮੈਂ ਗੱਲ ਕਹਿਨੀ ਹੈ ਵੀ ਮੈਂ ਇਹਨਾਂ ਦੇ ਸਰੀਰ ਦੇ ਇਸ ਬਾਲਕ ਦੇ ਦਰਸ਼ਨ ਕੀਤੇ ਹੈ ਵੀ ਸਾਰੇ ਅੰਗਾਂ ਦੇ ਵਿੱਚ ਲੱਛਣ ਵੀ ਸ਼ੁਭ ਨੇ, ਅੰਗ ਵੀ ਬੜੇ ਸੋਹਣੇ ਹਨ। ਦਾਈ ਦੌਲਤਾਂ ਕਹਿੰਦੀ ਪੰਡਤ ਜੀ ਮੈਂ ਕੋਈ ਵਿਦਵਾਨ ਤੇ ਨਹੀਂ, ਵਿਦਵਾਨ ਤੇ ਤੁਸੀਂ ਹੋ, ਬਾਕੀ ਗੱਲ ਤੇ ਤੁਸੀਂ ਦੱਸੋਗੇ
ਪਰ ਮੈਂ ਆਪਣੇ ਜੀਵਨ ਦੇ ਤਜਰਬੇ ਨੂੰ ਸਾਂਝਾ ਕਰਦਿਆਂ ਹੋਇਆ ਇੰਨੀ ਗੱਲ ਕਹਿ ਸਕਦੀ ਹਾਂ ਵੀ ਇਹ ਜਿਹੜਾ ਬਾਲਕ ਹੈ ਇਹ ਆਮ ਮਨੁੱਖਾਂ ਵਰਗਾ ਕੋਈ ਮਨੁੱਖ ਨਹੀਂ ਆਇਆ, ਇਹਦੇ ਕੋਈ ਰੱਬੀ ਅਵਤਾਰ ਆਇਆ, ਇਹਦੇ ਕੋਈ ਇਲਾਹੀ ਨੂਰ ਆਇਆ। ਇੰਨੀ ਗੱਲ ਦਾਈ ਦੌਲਤਾਂ ਨੇ ਵੀ ਕਹਿ ਦਿੱਤੀ। ਪੰਡਤ ਹਰਦਿਆਲ ਨੇ ਸਾਰਾ ਕੁਝ ਲਿਖ ਲਿਆ ਵੀ ਆਹ ਸਮਾਂ ਸੀ, ਇਦਾਂ ਦੇ ਇਹਨਾਂ ਨੇ ਲੱਛਣ ਕੀਤੇ, ਇਦਾਂ ਮੁਸਕਰਾਏ। ਉਹ ਸਾਰਾ ਕੁਝ ਕਹਿੰਦੇ ਵੀ ਲਿਖ ਕੇ ਤੇ ਜਿਹੜੀ ਵਿਦਿਆ ਪੜ੍ਹਿਆ ਸੀ ਨਾ ਜੋਤਿਸ਼ ਦੀ, ਉਹਦੇ ਅਨੁਸਾਰ ਇਹ ਵਿਚਾਰ ਕਰਨ ਲੱਗ ਪਿਆ। ਸਾਰਾ ਕੁਝ ਸ਼ੁਭ ਹੀ ਸ਼ੁਭ ਜਦੋਂ ਵੇਖਦਾ ਹੈ ਨਾ ਆਪਣੀ ਜੋਤਿਸ਼ ਵਿਦਿਆ, ਕਿਉਂਕਿ ਠੀਕ ਹੈ ਵੀ ਉਹ ਇੱਕ ਵਿਦਿਆ ਹੈ, ਪਰ ਜਦੋਂ ਸਤਿਗੁਰੂ ਮਹਾਰਾਜ ਦੇ ਪ੍ਰਗਟ ਹੋਣ ਦਾ ਸਮਾਂ, ਮਹਾਰਾਜ ਦਾ ਸਰੂਪ, ਉਹ ਤੇ ਇਲਾਹੀ ਜੋਤ ਹੈ ਤੇ ਉਹ ਸਾਰਾ ਕੁਝ ਆਪਣੇ ਆਪ ਸ਼ੁਭ ਸ਼ੁਭ ਹੋ ਹੀ ਜਾਣਾ ਸੀ, ਹਰ ਇੱਕ ਚੀਜ਼ ਮਿਲ ਜਾਣੀ ਸੀ। ਜੋਤਿਸ਼ ਤੋਂ ਪਰੇ ਵੀ ਕੋਈ ਵਿਦਿਆ ਹੁੰਦੀ ਤੇ ਉਹਦੇ ਮੁਤਾਬਕ ਵੀ ਸ਼ੁਭ ਹੀ ਸ਼ੁਭ ਹੋਣਾ ਸੀ, ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਾਂ ਕਹਿੰਦੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਇਸ ਤਰ੍ਹਾਂ ਜਦੋਂ ਵੇਖਣ ਲੱਗਾ ਨਾ ਸਾਰਾ ਕੁਝ ਸ਼ੁਭ ਹੀ ਸ਼ੁਭ ਨਿਕਲਿਆ। ਪਹਿਲਾਂ ਵੇਖਿਆ ਵੀ ਨਛੱਤਰ ਕਿਹੜਾ ਸੀ, 27ਵਾਂ ਨਛੱਤਰ ਜਿਹਨੂੰ ਅਨੁਰਾਧਾ ਨਛੱਤਰ ਕਹਿੰਦੇ ਆ, ਸਭ ਤੋਂ ਸ੍ਰੇਸ਼ਟ ਹੁੰਦਾ ਜੋਤਿਸ਼ ਵਿਦਿਆ ਦੇ ਮੁਤਾਬਕ। ਭਾਵੇਂ ਗੁਰਮਤਿ ਦਾ ਸੰਬੰਧ ਨਹੀਂ, ਪਰ ਉਸ ਵੇਲੇ ਜੋ ਲੱਛਣ ਨਿਕਲੇ ਉਹ ਸਾਰੇ ਮਹਾਰਾਜ ਦੇ ਸ਼ੁਭ ਹੀ ਢੁਕਦੇ ਸਨ। 27ਵਾਂ ਅਨੁਰਾਧਾ ਨਛੱਤਰ ਸੀ, ਸ਼ੁਭ ਕਾਲ, ਤੇ ਸਮਾਂ ਬੜਾ ਸੋਹਣਾ ਸੀ। 12:30 ਪੌਣੇ 1 ਦਾ ਸਮਾਂ, ਅੰਮ੍ਰਿਤ ਵੇਲੇ ਦਾ, ਰਾਤਰੀ ਦਾ ਸਮਾਂ। ਕਹਿੰਦੇ ਵੀ ਸਮਾਂ ਵੀ ਸੋਹਣਾ ਹੈ, ਸ਼ੁਭ ਥਿੱਤ। ਤੇ ਜਿਹੜੀ ਥਿੱਤ ਹੈ ਭਾਵ ਪੂਰਨਮਾਸ਼ੀ ਦੀ ਥਿੱਤ, ਕੱਤਕ ਦੀ ਪੂਰਨਮਾਸ਼ੀ ਦੀ ਰਾਤ, ਉਹ ਥਿੱਤ ਵੀ ਬੜੀ ਸੋਹਣੀ ਹੈ। ਤੇ ਸ਼ੁਭ ਵਾਰ, ਤੇ ਵਾਰ ਵੀ ਬੜਾ ਚੰਗਾ ਸੀ ਵਿਦਿਆ ਮੁਤਾਬਕ, ਬੁੱਧਵਾਰ, ਜਿੱਦਣ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਪੰਡਤ ਕਹਿਣ ਲੱਗਾ, ਬਾਬਾ ਕਲਿਆਣ ਚੰਦ ਤੇਰਾ ਪੁੱਤਰ ਬੜੇ ਭਲੇ ਲਗਨ ਦੇ ਵਿੱਚ, ਬੜੇ ਭਲੇ ਸਮੇਂ ਦੇ ਵਿੱਚ ਜੰਮਿਆ ਹੈ। ਇੰਨਾ ਨਹੀਂ ਸੀ ਪੰਡਤ ਨੂੰ ਪਤਾ ਵੀ ਸਾਰੇ ਭਲੇ ਸਮੇਂ ਬਣਾਈ ਇਹਨਾਂ ਨੇ ਆ, ਤੇ ਭਲਾ ਸਮਾਂ ਦੇ ਆਪੇ ਹੀ ਬਣਨਾ ਸੀ ਜਦੋਂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਇਆ। ਤੇ ਇਹ ਜਦੋਂ ਸੋਹਣੇ ਲੱਛਣ ਵੇਖੇ ਤੇ ਜਿਹੜਾ ਬ੍ਰਾਹਮਣ ਹੈ ਆਪਣੇ ਮਨ ਦੇ ਵਿੱਚ ਬੜੀਆਂ ਵਿਚਾਰਾਂ ਕਰਨ ਲੱਗ ਪਿਆ, ਬੜਾ ਸੋਚੀ ਪੈ ਗਿਆ। ਵਿਦਵਾਨ ਵੀ ਸੀ ਤੇ ਫਿਰ ਰੱਬ ਨੂੰ ਮੰਨਣ ਵਾਲਾ ਸੀ ਵੀ, ਉਸ ਵੇਲੇ ਦੀ ਮਰਿਆਦਾ ਦੇ ਮੁਤਾਬਕ ਬੰਦਗੀ ਕਰਨ ਵਾਲਾ ਵੀ ਸੀ। ਕਹਿਣ ਲੱਗਾ, ਹੇ ਕਲਿਆਣ ਚੰਦ, ਮੈਂ ਤੈਨੂੰ ਇਹ ਗੱਲ ਕਹਿਣਾ ਹੈ ਵੀ ਇਹ ਜਿਹੜਾ ਬਾਲਕ ਹੈ ਨਾ, ਇਹ ਬਾਲਕ ਨਾ ਜਾਣੀ ਇਹ ਕੋਈ ਅਵਤਾਰੀ ਪੁਰਖ ਆਇਆ ਹੈ। ਜਿੰਨੀ ਮੇਰੀ ਸਮਝ ਹੈ, ਜਿੰਨੀ ਮੈਨੂੰ ਵਿਦਿਆ ਆਉਂਦੀ, ਉਹਦੇ ਮੁਤਾਬਕ ਤੇਰੇ ਘਰ ਦੇ ਵਿੱਚ ਜਿਹੜਾ ਸਾਹਿਬਜ਼ਾਦਾ ਜਨਮਿਆ ਹੈ, ਇਹ ਅਵਤਾਰ ਹੀ ਆਇਆ ਹੈ ਕੋਈ। ਇਹ ਕਲਿਆਣ ਚੰਦ ਤੇਰੇ ਬਹੁਤੇ ਵੱਡੇ ਭਾਗ ਹਨ, ਜਾਂ ਕਹਿੰਦਾ ਵੀ ਇਹ ਕਲਿਆਣ ਚੰਦ ਦੇ ਵੱਡੇ ਭਾਗ ਨੇ, ਇਹਦੇ ਘਰ ਦੇ ਵਿੱਚ ਤਾਂ ਇਲਾਹੀ ਜੋਤ ਆ ਗਈ। ਜਿੰਨੀ ਪੰਡਤ ਨੂੰ ਸੋਝੀ ਸੀ, ਕਹਿੰਦਾ ਵੀ ਜਾਂ ਇਹ ਬ੍ਰਹਮਾ ਦਾ ਅਵਤਾਰ ਹੈ, ਜਾਂ ਵਿਸ਼ਨੂੰ ਦਾ ਅਵਤਾਰ ਹੈ, ਤੇ ਜਾਂ ਸ਼ਿਵ ਜੀ ਦਾ ਅਵਤਾਰ ਹੈ। ਕਿਉਂਕਿ ਪੰਡਤ ਤੇ ਇੱਥੋਂ ਤੀਕ ਹੀ ਪਹੁੰਚਿਆ ਸੀ। ਇਹਦੇ ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਤੇ ਇੱਕ ਓੰਕਾਰ ਦੀ ਜਦੋਂ ਧੁਨੀ ਕਹੀ, ਉਦੋਂ ਏਕਾ ਪਾ ਕੇ ਦੱਸ ਦਿੱਤਾ ਵੀ ਇੱਕੋ ਹੀ ਹੈ, ਜਨਮ ਦੇਣ ਵਾਲਾ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਤੇ ਸਮੇਂ ਨਾਲ ਮਾਰਨ ਵਾਲਾ, ਉਹ ਕੇਵਲ ਇੱਕ ਹੈ। ਇਹ ਤਿੰਨਾਂ ਦੇਵਤਿਆਂ ਤੋਂ ਉੱਪਰ ਹੈ। ਤਿੰਨੇ ਦੇਵਤੇ ਜਿਹੜੇ ਹੈ, ਬ੍ਰਹਮਾ, ਸ਼ਿਵ ਜੀ, ਮਹੇਸ਼, ਇਹ ਤਾਂ ਉਸ ਪਰਮੇਸ਼ਰ ਦੀ ਚਰਨ ਧੂੜ ਹਨ। ਇਹਦੇ ਸਤਿਗੁਰਾਂ ਗੱਲ ਦ੍ਰਿੜ ਕਰਾਈ ਨਾ, ਮਹਾਰਾਜ ਦੇ ਆਉਣ ਤੋਂ ਪਹਿਲਾਂ ਤੇ ਸ਼ਿਵ ਜੀ ਨੂੰ, ਬ੍ਰਹਮਾ ਨੂੰ, ਮਹੇਸ਼ ਨੂੰ ਹੀ ਸਾਰੇ ਲੋਕ ਰੱਬ ਮੰਨਦੇ ਸੀ। ਤੇ ਹੁਣ ਇਹਨੇ ਵੀ ਆਪਣੀ ਸਮਝ ਅਨੁਸਾਰ ਚੰਗੀ ਉਦਾਹਰਨ ਦਿੱਤੀ। ਕਹਿੰਦਾ ਜਾਂ ਇਹ ਬ੍ਰਹਮਾ ਜਾਂ ਵਿਸ਼ਨੂੰ ਜਾਂ ਸ਼ਿਵ ਜੀ ਦਾ ਅਵਤਾਰ ਆਏ ਹਨ। ਕਿਉਂਕਿ ਸੰਸਾਰ ਦਾ ਉਧਾਰ ਕਰਨ ਵਾਲੇ ਇਹਨਾਂ ਦੇ ਲੱਛਣ ਹੈ ਸਾਰੇ। ਇਹਨਾਂ ਦੇ ਲੱਛਣ ਵੇਖ ਕੇ ਹਜੇ ਦਰਸ਼ਨ ਕੀਤੇ ਨਹੀਂ, ਪਰ ਅੰਦਾਜ਼ਾ ਲਾ ਲਿਆ ਸਮੇਂ ਦੇ ਹਿਸਾਬ ਨਾਲ ਵੀ ਜਗਤ ਦੇ ਉਧਾਰ ਕਰਨ ਵਾਲੇ ਆਏ ਹਨ। ਇਹ ਜੋ ਸਾਹਿਬਜ਼ਾਦਾ ਕਲਿਆਣ ਚੰਦ ਦੇ ਘਰੇ ਆਇਆ, ਇਹਦੇ ਸੀਸ ਦੇ ਉੱਤੇ ਛਤਰ ਝੁੱਲੇਗਾ। ਕਿਉਂਕਿ ਪੁਰਬ ਦੀ ਰਾਤ ਨੂੰ ਜਨਮ ਹੋਇਆ, ਕੱਤਕ ਦੀ ਪੂਰਨਮਾਸ਼ੀ ਨੂੰ। ਪਿਛਲੇ ਜੇ
ਪੌਣੇ 1 ਵਜੇ ਦਾ ਜਿਹੜਾ ਸਮਾਂ ਏ, ਤੀਸਰੇ ਪਹਿਰ ਦੀ ਘੜੀ ਕੁ ਸਮਾਂ ਬਤੀਤ ਹੋਈ ਆ। ਉਸ ਵੇਲੇ ਆਗਮਨ ਅਵਤਾਰ ਜਨਮ ਹੋਇਆ। ਕਹਿੰਦੇ ਵੀ ਬੜੇ ਸੋਹਣੇ ਸਮੇਂ ਜਨਮੇ ਹਨ। ਚੱਕਰਵਰਤ ਹੋਵੇ ਭਵ ਮਾਹੀ। ਇਸ ਕਰਕੇ ਚੱਕਰਵਰਤੀ ਹੋਣਗੇ ਸੰਸਾਰ ਦੇ ਵਿੱਚ, ਚੱਕਰਵਰਤੀ ਪਾਤਸ਼ਾਹ ਤੋਂ ਘੱਟ ਨਹੀਂ। ਕਹੀਂ ਦਿਗ ਵਿਜੈ ਸੰਸੈ ਨਾਹੀ। ਪੰਡਤ ਕਹਿੰਦਾ ਇਹਦੇ ਵਿੱਚ ਕੋਈ ਸੰਸ਼ੈ ਨਹੀਂ ਹੈ। ਜਿੱਥੇ ਜਾਣਗੇ ਫਤਿਹ ਹੀ ਫਤਿਹ, ਇਹਨਾਂ ਦੇ ਕਦਮ ਫਤਿਹ ਹੀ ਚੁੰਮੇਗੀ। ਜਿੱਥੇ ਵੀ ਇਹ ਜਾਣਗੇ ਮਹਾਰਾਜ ਦੀ ਫਤਿਹ ਹੀ ਹੋਵੇਗੀ ਸਦਾ। ਦਰਸ਼ਨ ਕੀ ਔਰ ਲਾਲਚ ਕੀਨੇ। ਆਏ ਸਾਰਾ ਕੁਝ ਇਹਨੇ ਵਿਚਾਰਿਆ ਨਾ, ਆਪਣੀ ਵਿਦਿਆ ਸਮਝ ਮੁਤਾਬਕ ਦੇ ਮਨ ਚ ਆਇਆ ਵੀ ਦਰਸ਼ਨ ਕਰੀਏ। ਨਹੀਂ ਤੇ ਬਾਲਕ ਦੇ ਦਰਸ਼ਨ 13 ਦਿਨ 21 ਦਿਨ ਇਹ ਤੋਂ ਪਹਿਲਾਂ ਜਾਂ 40 ਦਿਨ ਆਮ ਲੋਕ ਨਹੀਂ ਸੀ ਕਰਾਉਂਦੇ। ਤੇ ਪੰਡਤ ਦੇ ਮਨ ਵਿੱਚ ਭਾਵਨਾ ਜਾਗੀ ਵੀ ਜੋ ਸਾਹਿਬਜ਼ਾਦਾ ਹੈ ਨਾ ਕਲਿਆਣ ਚੰਦ ਜੀ ਦਾ, ਉਹਦੇ ਦਰਸ਼ਨ ਕਰੀਏ। ਦਰਸ਼ਨ ਕਰਨ ਦੀ ਦਿਲ ਦੇ ਵਿੱਚ ਚਾਹਨਾ ਖਾਸ ਪੈਦਾ ਹੋ ਗਈ। ਇਹ ਸਫਲ ਆਪਣੀ ਦਿਨ ਜੀਨੇ। ਆ ਬ੍ਰਾਹਮਣ ਨੇ ਜਾਣਿਆ ਵੀ ਮੇਰੀ ਦੇਹ ਸਫਲ ਹੋ ਗਈ, ਵੀ ਬੜਿਆਂ ਦੇ ਟੇਵੇ ਟੂਵੇ ਲਾਏ ਆ, ਜਨਮ ਪੱਤਰੀਆਂ ਬਣਾਈਆਂ, ਅੱਜ ਤੇ ਮੇਰਾ ਸਾਰਾ ਕੁਝ ਹੀ ਸਫਲ ਹੋ ਜਾਊਗਾ ਜੇ ਮੈਂ ਇਸ ਬਾਲਕ ਦੇ ਦਰਸ਼ਨ ਕਰਾਂ। ਕਾਲੂ ਸੋਪਨ ਦਿਨ ਕਹੀ ਬਾਲਕ ਹੋਏ ਦਿਖਾਏ। ਹਰਦਿਆਲ ਪੁਰੋਹਿਤ ਕਹਿੰਦਾ ਕਾਲੂ ਜੀ ਆਪਣੇ ਬੱਚੇ ਦੇ, ਆਪਣੇ ਸਾਹਿਬਜ਼ਾਦੇ ਦੇ ਦਰਸ਼ਨ ਤੇ ਕਰਾਓ, ਲਿਆਓ ਉਹਨੂੰ ਬਾਹਰ ਚੁੱਕ ਕੇ ਲਿਆਓ, ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਦਾਈ ਦੌਲਤਾਂ ਲੀਨੀ ਸ਼ਬਦ ਬੁਲਾਏ। ਉਸੇ ਵੇਲੇ ਸੁਣ ਕੇ ਪੰਡਤ ਹਰਦਿਆਲ ਦੇ ਕੋਲੋਂ ਬਾਬਾ ਕਲਿਆਣ ਚੰਦ ਜੀ ਨੇ ਦਾਈ ਦੌਲਤਾਂ ਨੂੰ ਆਪਣੇ ਕੋਲ ਸੱਦਿਆ। ਪਈ ਬਾਲਕੀ ਆਨ ਵਿਪਰ ਕੇ ਪਾਸ। ਮਹਿਤਾ ਕਾਲੂ ਜੀ ਕਹਿੰਦੇ ਦਾਈ ਦੌਲਤਾਂ ਜਾ ਕੇ ਦੇ ਕੋਠੇ ਦੇ ਵਿੱਚੋਂ ਸਾਹਿਬਜ਼ਾਦੇ ਨੂੰ, ਬਾਲਕ ਨੂੰ ਪੰਡਤ ਜੀ ਦੇ ਕੋਲ ਲੈ ਕੇ ਆ। ਇਹ ਵੇਖਣਾ ਚਾਹੁੰਦੇ ਹਨ ਉਹਨਾਂ ਨੂੰ। ਆਏ ਗਈ ਸਨ ਮਾਦੇ ਆਵਾਸ। ਦਾਈ ਦੌਲਤਾਂ ਬਾਬੇ ਕਲਿਆਣ ਚੰਦ ਦਾ ਹੁਕਮ ਸੁਣ ਕੇ ਦੇ ਘਰ ਦੇ ਵਿੱਚ, ਕੋਠੇ ਦੇ ਵਿੱਚ ਉੱਥੇ ਪਹੁੰਚੀ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਏ। ਰਾਜਿਓ ਬਾਲਕ ਜਨਮ ਦੇ। ਜਾ ਕੇ ਮਾਤਾ ਤ੍ਰਿਪਤਾ ਜੀ ਦੇ ਕੋਲੋਂ ਬਾਲਕ ਮੰਗਿਆ। ਦਾਈ ਕਹਿੰਦੀ ਲਿਆਓ ਮਾਤਾ ਜੀ, ਤ੍ਰਿਪਤਾ ਜੀ ਆ ਬੱਚਾ ਦਿਓ, ਮੈਂ ਬਾਹਰ ਲੈ ਕੇ ਜਾਣਾ। ਕਹਿੰਦੇ ਵੀ ਦਾਈ ਦੌਲਤਾਂ ਨੇ ਮੰਗਿਆ ਮਹਾਰਾਜ ਸਾਹਿਬ ਜੀ ਨੂੰ ਤੇ ਮਾਂ ਨਹੀਂ ਦਿੰਦੀ। ਕਹਿੰਦੀ ਨਾ, ਠੰਡ ਹੈ, ਮੇਰੇ ਲਾਲ ਨੂੰ ਠੰਡ ਲੱਗ ਜਾਏਗੀ। ਕਿਉਂ ਕਿਰਪਣ ਤਨ ਪ੍ਰੀਤ ਰਖੇ। ਜਿਵੇਂ ਕਹਿੰਦੇ ਜਿਹੜਾ ਸੂਮ ਹੁੰਦਾ ਹੈ ਨਾ, ਉਹ ਧਨ ਨੂੰ ਘੁੱਟ ਕੇ ਰੱਖਦਾ ਹੈ, ਕਿਸੇ ਨੂੰ ਨਹੀਂ ਨਾ ਦਿੰਦਾ। ਇਹ ਬਹੁਤਾ ਪਿਆਰ ਹੈ ਮਾਤਾ ਤ੍ਰਿਪਤਾ ਜੀ ਨੂੰ। ਸਤਿਗੁਰੂ ਦੇ ਸਰੂਪ ਦੇ ਦਰਸ਼ਨ ਕਰਕੇ ਭੁੱਖ ਹੀ ਨਹੀਂ ਲੱਥਦੇ। ਜਿਉਂ ਦਾ ਪ੍ਰਕਾਸ਼ ਹੋਇਆ ਉਦੋਂ ਦੇ ਦਰਸ਼ਨ ਹੀ ਕਰੀ ਜਾਂਦੇ ਆ, ਘੁੱਟ ਕੇ ਸੀਨੇ ਨਾਲ ਲਾਉਂਦੇ ਆ, ਮੱਥਾ ਚੁੰਮਦੇ ਆ। ਤੇ ਤ੍ਰਿਪਤਾ ਜੀ ਕਹਿਣ ਲੱਗੇ ਦੌਲਤਾਂ ਦਾਈ ਨੂੰ ਵੀ ਮੈਂ ਆਪਣਾ ਪੁੱਤਰ ਨਹੀਂ ਦੇਣਾ। ਕਹੇ ਸਰਦਰਤ ਸਰਦੀ ਲਾਗੇ। ਉਹ ਦਾਈ ਫੇਰ ਕਹਿੰਦੀ ਆ ਵੀ ਬਾਹਰ ਸੱਦਦੇ ਆ। ਤੇ ਮਾਤਾ ਤ੍ਰਿਪਤਾ ਜੀ ਕਹਿੰਦੇ ਨਾ, ਸਰਦ ਰੁੱਤ ਹੈ, ਠੰਡੀ ਰੁੱਤ ਹੈ, ਬੱਚੇ ਨੂੰ ਠੰਡ ਲੱਗ ਜਾਏਗੀ, ਪਾਲਾ ਲੱਗ ਜਾਏਗਾ। ਬਾਲ ਬਾਹਰ ਕਸਮਾਂ ਗਏ। ਆ ਮੇਰਾ ਬਹੁਤ ਹੀ ਕੋਮਲ ਜਿਹਾ ਲਾਲ ਹੈ ਇਹ, ਤੇ ਕੌਣ ਮੰਗਦਾ ਹੈ? ਪਤਾ ਨਹੀਂ ਹੈ ਵੀ ਠੰਡ ਹੈ, ਵੀ ਅਜੇ ਅੱਜ ਤੇ ਬਾਲਕ ਦਾ ਜਨਮ ਹੋਇਆ, ਵੀ ਠੰਡ ਦੇ ਵਿੱਚ ਬਾਹਰਲੀ ਹਵਾ 'ਚ ਨਹੀਂ ਕੱਢਣਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਵੀ ਬਾਹਰ ਕੌਣ ਆਇਆ ਵੀ ਜਿਹੜਾ ਵਾਰ-ਵਾਰ ਕਹਿੰਦਾ ਵੀ ਬੱਚੇ ਨੂੰ ਬਾਹਰ ਲਿਆਓ, ਬਾਹਰ ਲਿਆਓ। ਜਿਵੇਂ ਸਾਧ ਸੰਗਤ ਜੀ ਉਹ ਠਸਕੇ ਦਾ ਪੀਰ ਭੀਖਣ ਸ਼ਾਹ ਉਹ ਵੀ ਜਾ ਪਹੁੰਚਾ ਸੀ ਨਾ ਵੀ ਦਰਸ਼ਨ ਕਰਾਓ, ਤੇ ਮਾਤਾ ਉਹ ਵੀ ਕਹਿੰਦੀ ਸੀ ਨਾ, ਬੱਚੇ ਨੂੰ ਬਾਹਰ ਨਹੀਂ ਕੱਢਣਾ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਉੱਥੇ ਤਾਂ ਕਹਿੰਦੇ ਸੀ। ਇੱਦਾਂ ਹੀ ਮਾਤਾ ਤ੍ਰਿਪਤਾ ਜੀ ਕਹਿੰਦੇ ਵੀ ਮੇਰੇ ਮਾਸੂਮ, ਮੇਰੇ ਕੋਮਲ ਜੇ ਪਿਆਰੇ ਜੇ ਲਾਲ ਨੂੰ ਠੰਡ ਲੱਗ ਜਾਵੇਗੀ। ਪਰ ਹੁਣ ਪੰਡਤ ਜਿਹੜਾ ਸੀ ਇਹ ਪਹਿਲਾਂ ਨਹੀਂ ਸੀ ਜਿੱਦ ਕਿਸੇ ਦੇ ਘਰੇ ਕਰਦਾ। ਹੁਣ ਇਹਨੂੰ ਪਤਾ ਵੀ ਮੇਰੇ ਭਾਗ ਜਾਗਣੇ ਆ। ਇਹ ਵਾਰ-ਵਾਰ ਹਰਦਿਆਲ ਪੁਰੋਹਿਤ ਕਹਿੰਦਾ ਵੀ ਬਾਲਕ ਨੂੰ ਇੱਕ ਵਾਰ ਲੈ ਕੇ ਆਓ, ਵੀ ਕੱਪੜੇ 'ਚ ਲਪੇਟ ਕੇ ਲੈ ਆਓ, ਮੈਂ ਉਹਨੂੰ ਵੇਖਣਾ, ਉਹਦੇ ਦਰਸ਼ਨ ਜ਼ਰੂਰ ਕਰਨੇ ਹਨ। ਏਦਾਂ ਜਦੋਂ ਕਲਿਆਣ ਚੰਦ ਜੀ ਨੇ ਫੇਰ ਸੁਨੇਹਾ ਭੇਜਿਆ ਵੀ ਥੋੜੇ ਕੁ ਸਮੇਂ ਲਈ ਬਾਲਕ ਨੂੰ ਬਾਹਰ ਭੇਜੋ, ਤੇ ਉਸ ਵੇਲੇ ਆਪਣਾ ਜਾਣ ਤੋਂ ਵੀ ਪਿਆਰਾ ਲਾਲ, ਆਪਣਾ ਬੱਚਾ, ਆਪਣਾ ਸਾਹਿਬਜ਼ਾਦਾ ਮਾਤਾ ਤ੍ਰਿਪਤਾ ਜੀ ਨੇ ਦਾਈ ਦੌਲਤਾਂ ਨੂੰ ਦੇ ਦਿੱਤਾ। ਦੌਲਤ ਦਾਈ ਆਪਣੀ ਗੋਦ ਦੇ ਵਿੱਚ ਚੁੱਕ ਕੇ ਤੇ ਮਹਾਰਾਜ ਸਾਹਿਬ ਜੀ ਨੂੰ ਬਾਹਰ ਲੈ ਕੇ ਆ ਗਏ। ਜਦੋਂ ਬਾਹਰ ਲਿਆਂਦਾ ਤੇ ਆਪਣੇ ਕੁਛੜ ਚੁੱਕਿਆ ਹੋਇਆ ਏ, ਗੋਦੀ ਜੀ ਬਣਾ ਕੇ ਹੱਥ ਦੀ, ਤੇ ਪੰਡਤ ਨੇ ਦਰਸ਼ਨ ਕੀਤੇ। ਕੀ ਵੇਖਦਾ ਏ ਵੀ ਜਿਹੜਾ ਮੁਖਾਰ ਬਿੰਦ ਹੈ ਬਾਲ ਸਰੂਪ ਮਹਾਰਾਜ ਦਾ, ਕਹਿੰਦੇ ਇਹਦੇ ਉੱਤੇ ਬਹੁਤਾ ਹੀ ਪ੍ਰਕਾਸ਼ ਹੈ, ਲਾਲੀ ਚੜੀ ਹੋਈ ਹੈ, ਬੜਾ ਤੇਜ ਹੈ। ਕਹਿੰਦੇ ਇਹੋ ਜੀ ਸ਼ੋਭਾ
ਸਾਰੀ ਜ਼ਿੰਦਗੀ ਦੇ ਵਿੱਚ ਨਾ ਸ਼ੋਭਾ ਕਹਿੰਦਾ ਮੈਂ ਇਹੋ ਜੀ ਕਦੀ ਵੇਖੀ ਤੇ ਨਾ ਮੈਂ ਵੇਖਾਂਗਾ। ਐਡਾ ਸੋਹਣਾ ਕਮਲ ਵਰਗਾ ਮਹਾਰਾਜ ਸਾਹਿਬ ਜੀ ਦਾ ਸੁੰਦਰ ਮੁਖ ਹੈ। ਲੱਖ ਤਨ ਜੋਤ ਵਿਸਾਲ ਬਿਰਾਜੈ। ਸਰੀਰ ਛੋਟਾ ਹੈ, ਤਨ ਲੱਗ ਹੈ, ਪਰ ਜੋਤ ਕਹਿੰਦੇ ਵਿਸ਼ਾਲ ਹੈ, ਜਿਹੜੀ ਖੰਡਾਂ ਬ੍ਰਹਮੰਡਾਂ ਨੂੰ ਪ੍ਰਕਾਸ਼ਣ ਵਾਲੀ, ਜਿਹੜੀ ਕੋਟ ਬ੍ਰਹਮੰਡਾਂ ਦੇ ਵਿੱਚ ਜੋਤ ਜਗਦੀ ਹੈ, ਉਹ ਜੋਤ ਸਤਿਗੁਰੂ ਸਾਹਿਬ ਜੀ ਦੇ ਸਰੂਪ ਦੇ ਵਿੱਚੋਂ ਪ੍ਰਕਾਸ਼ ਰਹੀ ਹੈ। ਬਾਲ ਸਰੂਪ ਮਹਾਰਾਜ ਜੀ ਦਾ ਸਰੀਰ ਛੋਟਾ ਹੈ, ਪਰ ਕਹਿੰਦੇ ਜਿਹੜੀ ਅੰਦਰ ਜੋਤ ਹੈ, ਜਿਹੜੀ ਸ਼ਕਤੀ ਹੈ, ਉਹ ਉਹੀ ਹੈ ਜਿਹੜੀ ਖੰਡਾਂ ਬ੍ਰਹਮੰਡਾਂ ਨੂੰ ਪ੍ਰਕਾਸ਼ਦੀ ਹੈ। ਕਿਉ ਵਟ ਅਖੈ ਰੂਪ ਲਖ ਸਾਜੇ। ਜੇ ਕਹਿੰਦੇ ਬੋੜ ਦਾ ਨਾ ਛੋਟਾ ਜਿਹਾ ਬੂਟਾ ਬੜਾ ਸੋਹਣਾ ਲੱਗਦਾ ਨਾ, ਫੱਬਦਾ ਹੈ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦਾ ਛੋਟਾ ਜਿਹਾ ਸਰੂਪ ਬੜਾ ਸੱਜ ਫੱਬ ਰਿਹਾ ਏ। ਜਿਜਵਰ ਆਤਮਤਵਾਨ ਮਨ ਸਰਬ ਲਿੰਗ ਪਹਿਚਾਨ। ਪੰਡਤ ਹਰਦਿਆਲ ਬਹੁਤ ਹੀ ਸਿਆਣਾ ਸੀ, ਬੜਾ ਅਕਲ ਵਾਲਾ ਸੀ। ਜਦੋਂ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਸਾਹਿਬ ਜੀ ਦੇ ਸਾਰੇ ਸਰੀਰ ਦੇ ਅੰਗ ਪ੍ਰਤੰਗ ਲੱਛਣ ਚਿੰਨ੍ਹ ਵੇਖੇ। ਮਹਾਰਾਜ ਦਾ ਸਰੂਪ ਵੇਖਦੇ ਅਨੁਸਾਰ ਦਿਲ ਦੇ ਵਿੱਚ ਬੜਾ ਖੁਸ਼ ਹੋਇਆ ਪੰਡਤ, ਤੇ ਬਹੁਤਾ ਆਨੰਦਿਤ ਹੋਇਆ। ਇਹਦੇ ਕੋਲ ਬੈਠਿਆ ਨਹੀਂ ਰਿਹਾ ਗਿਆ, ਇੱਕਦਮ ਉੱਥੇ ਪਲੰਗੇ ਤੋਂ ਆਸਣ ਤੋਂ ਉੱਠਿਆ, ਦੋਵੇਂ ਹੱਥ ਜੋੜ ਕੇ ਕਹਿੰਦਾ ਧੰਨ ਭਾਗ ਹਰਦਿਆਲ ਪੁਰੋਹਿਤ ਤੇਰੇ। ਤੇ ਬਾਲ ਸਤਿਗੁਰਾਂ ਨੂੰ ਦੋਵੇਂ ਹੱਥ ਜੋੜ ਕੇ ਪੰਡਤ ਨੇ ਮੱਥਾ ਟੇਕਤਾ, ਨਮਸਕਾਰ ਕਰ ਦਿੱਤੀ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਦਿਆਂ ਸਾਰ। ਕਹਿੰਦੇ ਵੀ ਪਰਮ ਪ੍ਰੇਮ ਦੇ ਵਿੱਚ ਇਹਦਾ ਮਨ ਜਿਹੜਾ ਸੀ ਨਾ ਪਤੀਜਿਆ ਗਿਆ, ਸਰੀਰ ਦਾ ਰੋਮ ਰੋਮ ਖਿੜ ਗਿਆ, ਸਾਰੀ ਰੋਮਾਵਲੀ ਜਿਹੜੀ ਸੀ ਉਹ ਖੜੀ ਹੋ ਗਏ। ਮਹਾਰਾਜ ਸਾਹਿਬ ਦੇ ਬਾਲ ਸਰੂਪ ਨੂੰ ਮੱਥਾ ਟੇਕ ਕੇ ਪੰਡਤ ਹਰਦਿਆਲ ਨੇ ਆਪਣੇ ਆਪ ਨੂੰ ਧੰਨ ਕਿਹਾ। ਕਹਿਣ ਲੱਗੇ ਹਰਦਿਆਲ ਤੇਰਾ ਜਨਮ ਧੰਨ ਹੋ ਗਿਆ। ਆਪਣੇ ਆਪ ਨੂੰ ਕਹਿੰਦਾ ਅੱਜ ਤੇਰਾ ਜਨਮ ਧੰਨ ਹੋ ਗਿਆ, ਤੇਰੀ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਅੱਜ ਸਫਲ ਹੋ ਗਈ ਜੋ ਇਹ ਬਾਲ ਪਰਮੇਸ਼ਰ ਦੇ ਦਰਸ਼ਨ ਕਰ ਲਏ। ਜੇ ਕੋਈ ਭਗਤੀ ਕਰਕੇ ਤੇ ਆਪਣੇ ਜਿਹੜੇ ਦੀ ਭਗਤੀ ਕਰਦਾ ਹੋਵੇ ਉਸ ਪਿਆਰੇ ਦੇ ਦਰਸ਼ਨ ਕਰਕੇ ਖੁਸ਼ ਹੁੰਦਾ ਹੈ ਨਾ, ਉਹਦੀ ਸਾਰੀ ਉਮਰ ਦੀ ਕਮਾਈ ਸਫਲ ਹੁੰਦੀ ਹੈ। ਕਹਿੰਦੇ ਏਦਾਂ ਹਰਦਿਆਲ ਪੁਰੋਹਿਤ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ। ਕਹਿੰਦੇ ਉਸੇ ਤਰ੍ਹਾਂ ਇਹਦੇ ਦਿਲ ਦੇ ਵਿੱਚ ਬੜੀ ਖੁਸ਼ੀ, ਬਹੁਤ ਹੀ ਆਨੰਦ, ਬੜਾ ਹੀ ਖੇੜਾ ਆ ਗਿਆ, ਧੰਨ ਧੰਨ ਹੀ ਹੋ ਗਿਆ, ਸਰੀਰ ਦੇ ਰੋਮ ਸਾਰੇ ਖਿੜ ਗਏ। ਕਹਿਣ ਲੱਗਾ ਹੇ ਬਾਬਾ ਕਲਿਆਣ ਚੰਦ, ਜਿਹੜਾ ਤੇਰਾ ਇਹ ਸਾਹਿਬਜ਼ਾਦਾ, ਇਹਨਾਂ ਦੇ ਸਰੀਰ ਦੇ ਜਿੰਨੇ ਵੀ ਅੰਗ ਹੈ ਇਹ ਸਾਰੇ ਹੀ ਅੰਗਾਂ ਦੇ ਲੱਛਣ ਬੜੇ ਚੰਗੇ ਹਨ। ਆ ਪਹਿਲਾਂ ਦੇ ਦਰਸ਼ਨ ਕਰਕੇ ਹੀ ਪੰਡਤ ਨਿਹਾਲ ਹੋ ਗਿਆ, ਤੇ ਹੁਣ ਕੱਲਾ ਕੱਲਾ ਮਹਾਰਾਜ ਦਾ ਜੋ ਅੰਗ ਹੈ ਉਹਦੇ ਦਰਸ਼ਨ ਕਰਨ ਲੱਗਾ ਏ। ਇਹਦੇ ਜਿਹੜਾ ਚਤੁਰ ਬੜਾ ਸਿਆਣਾ ਬ੍ਰਾਹਮਣ ਹੈ ਨਾ, ਵੇਖਦਾ ਹੈ ਪਹਿਲਾਂ ਚਰਨਾਂ ਦੇ ਦਰਸ਼ਨ ਕੀਤੇ, ਵੀ ਲਾਲ ਰੰਗ ਦੇ ਸ੍ਰੇਸ਼ਟ ਮਹਾਰਾਜ ਜੀ ਦੇ ਬੜੇ ਕੋਮਲ ਚਰਨ ਦੇ ਤੇ ਬੜੇ ਸੋਹਣੇ ਸ਼ਹਾਰੇ ਨੇ। ਇੱਕ ਤੇ ਲਾਲੀ ਹੁੰਦੀ ਹੈ ਦੁਨਿਆਵੀ, ਇਹ ਰੱਬੀ ਲਾਲੀ ਹੈ ਮਹਾਰਾਜ ਦੇ ਚਰਨਾਂ ਤੇ ਸਤਿਗੁਰੂ ਸਾਹਿਬ ਜੀ ਦੇ ਛੋਟੇ ਛੋਟੇ ਕੂਲੇ ਕੂਲੇ ਬੜੇ ਸੋਹਣੇ ਲਾਲ ਰੰਗ ਦੇ ਚਰਨ ਬੜੇ ਹੀ ਸ੍ਰੇਸ਼ਟ ਨੇ, ਬੜੇ ਹੀ ਕੋਮਲ ਨੇ, ਬੜੇ ਹੀ ਸੋਭਨੀਕ ਹਨ। ਜਿਸ ਤਰ੍ਹਾਂ ਕਹਿੰਦੇ ਵੀ ਜੋ ਕਮਲ ਦਾ ਫੁੱਲ ਹੁੰਦਾ ਹੈ ਨਾ, ਤੇ ਉਹਦੀਆਂ ਪੰਖੜੀਆਂ ਲਾਲ ਕਮਲ ਦੀਆਂ ਸ਼ੋਭਾ ਪਾਉਂਦੀਆਂ ਨੇ, ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨ ਬਾਗ ਸਰੂਪ ਦੇ ਵਿੱਚ ਸ਼ੋਭਾ ਪਾ ਰਹੇ ਨੇ। ਫਿਰ ਬਾਹਾਂ ਦੇ ਦਰਸ਼ਨ ਕੀਤੇ, ਬਾਹਾਂ ਲੰਮੀਆਂ ਨੇ ਗੋਡਿਆਂ ਤੀਕਰ, ਤੇ ਜਦੋਂ ਮਹਾਰਾਜ ਦੇ ਮੋਢੇ ਵੇਖੇ ਤੇ ਮੋਢੇ ਵੀ ਕਹਿੰਦੇ ਉੱਚੇ ਹਨ, ਚੁੱਕੇ ਹਨ, ਜਿਵੇਂ ਐਨ ਬੰਦਾ ਤਿਆਰ ਹੋਵੇ ਨਾ, ਮੋਢੇ ਚੁੱਕ ਕੇ ਰੱਖਦਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਇਦਾਂ ਬੜੇ ਸੁੰਦਰ ਤੇ ਉੱਚੇ ਮੋਢੇ ਹਨ। ਤੇ ਫਿਰ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਜਿਹੜੇ ਨੌ ਨੇ, ਕਹਿੰਦੇ ਉਹ ਇਦਾਂ ਹੈ ਜਿਵੇਂ ਲਾਲ ਰੰਗ ਦੇ ਸੁੱਚੇ ਨਗ ਹੁੰਦੇ ਜੜੇ, ਇਦਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀਆਂ ਉਂਗਲਾਂ ਦੇ ਬੜੇ ਸੋਹਣੇ ਨੌ ਫੱਬ ਰਹੇ ਹਨ। ਤੇ ਜੋ ਕਰ ਸਾਖਾ ਹੈ ਭਾਵ ਵੀ ਜੋ ਮਹਾਰਾਜ ਸਾਹਿਬ ਜੀ ਦੇ
ਹੱਥ ਦੀਆਂ ਉਂਗਲਾਂ ਨੇ ਕਹਿੰਦੇ ਵੀ ਇੱਕ ਸਾਰ ਲੰਮੀਆਂ ਨੇ ਸਾਰੀਆਂ। ਸ਼ੋਭਤ ਸ਼ਬਸ਼ਾਲਾ ਅਤੇ ਫੇਰ ਮਹਾਰਾਜ ਸਾਹਿਬ ਜੀ ਦੀ ਜੋ ਛਾਤੀ ਹੈ ਨਾ ਔਰ ਆਜੁਤ ਸ਼ੋਭਤ ਸ਼ਬਸ਼ਾਲਾ, ਬੜੀ ਛਵੀ ਵਾਲੀ ਛਾਤੀ ਹੈ, ਬੜੀ ਸੋਹਣੀ ਹੈ। ਤੇ ਛਾਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੌੜੀ ਹੈ। ਦਾਹਨ ਕਰ ਮੈਂ ਚਮਰ ਬਨਾਵਾ ਇਹਦਾ ਅੰਗਾਂ ਦੇ ਦਰਸ਼ਨ ਕਰਦੇ ਜਦੋਂ ਮਹਾਰਾਜ ਦਾ ਸੱਜਾ ਹੱਥ ਤਲੀ ਖੋਲ ਕੇ ਪੰਡਤ ਨੇ ਵੇਖੀ, ਨਾਲੇ ਮੱਥੇ ਤੇ ਹੱਥ ਮਹਾਰਾਜ ਸਾਹਿਬ ਜੀ ਦਾ ਛੁਹਾਰਿਆ ਏ, ਤੇ ਕੀ ਵੇਖਦਾ ਹੈ ਵੀ ਰੇਖਾ ਦੇ ਨਾਲ ਪਹਿਲਾਂ ਹੀ ਉੱਥੇ ਚੌਰ ਸਾਹਿਬ ਬਣਿਆ ਹੋਇਆ ਏ, ਜਿਵੇਂ ਇਸ਼ਾਰਾ ਹੋ ਰਿਹਾ ਹੈ ਵੀ ਇਹਨਾਂ ਦੇ ਸੀਸ ਤੇ ਚਮਰ ਝੁੱਲੇਗਾ। ਤੇ ਜਦੋਂ ਖੱਬਾ ਹੱਥ ਵੇਖਿਆ, ਹੱਥ ਦੀ ਤਲੀ ਵੇਖੀ, ਤੇ ਉਹਦੇ ਵਿੱਚ ਉੱਤੇ ਬੜਾ ਸੋਹਣਾ ਛਤਰ ਬਣਿਆ ਹੋਇਆ ਏ ਵੀ ਇਹਨਾਂ ਦੇ ਸੀਸ ਦੇ ਉੱਤੇ ਛਤਰ ਝੁੱਲਣਗੇ। ਗੋਲ ਕਪੋਲ ਸਹਾਵਨ ਤੇ ਮਹਾਰਾਜ ਸਾਹਿਬ ਜੀ ਦੀਆਂ ਗੱਲਾਂ ਕਹਿੰਦੇ ਵੀ ਬੜੀਆਂ ਗੋਲ ਗੋਲ ਤੇ ਬਹੁਤ ਹੀ ਲਾਲ ਲਾਲ ਤੇ ਬੜੀਆਂ ਕੋਮਲ ਨੇ। ਬਾਲ ਸਰੂਪ ਸਤਿਗੁਰਾਂ ਦੇ ਭਾਈ ਸੰਤੋਖ ਸਿੰਘ ਜੀ ਦਰਸ਼ਨ ਕਰਾ ਰਹੇ ਹੈ, ਕਹਿੰਦੇ ਇਦਾਂ ਦਾ ਮਹਾਰਾਜ ਦਾ ਸਰੂਪ ਹੈ। ਸੁਣਦੇ ਹੀ ਮਨ ਵਿੱਚ ਵਸਦਾ ਹੈ ਨਾ, ਇਦਾਂ ਲੱਗਦਾ ਹੈ ਵੀ ਜਿਵੇਂ ਮਹਾਰਾਜ ਨੇ ਜਦੋਂ ਪ੍ਰਕਾਸ਼ ਲਿਆ, ਜਿੱਦਾਂ ਦਾ ਸਰੂਪ ਸੀ ਉਹਦੇ ਦਰਸ਼ਨ ਹੀ ਹੋ ਰਹੇ ਹੋਣ। ਇਹ ਸ਼ਰਵਣ ਦਰਸ਼ਨ ਹੁੰਦੇ ਨੇ। ਤੇ ਸਤਿਗੁਰੂ ਸਾਹਿਬ ਜੀ ਦੀਆਂ ਬਾਲ ਸਰੂਪ ਦੇ ਵਿੱਚ ਗੱਲਾਂ ਬੜੀਆਂ ਹੀ ਕਹਿੰਦੇ ਵੀ ਕੋਮਲ ਗੋਲ ਗੋਲ ਤੇ ਲਾਲੀ ਉਹਨਾਂ ਗੱਲਾਂ ਦੇ ਵਿੱਚੋਂ ਸ਼ੋਭ ਰਹੀ ਹੈ। ਤੇ ਜਿਹੜੀ ਨਾਸਿਕਾ ਹੈ ਨਾ ਮਹਾਰਾਜ ਸਾਹਿਬ ਜੀ ਦੀ ਨਾਸਿਕਾ, ਨੱਕ ਬੜਾ ਤਿੱਖਾ ਹੈ, ਬਹੁਤ ਹੀ ਸੋਹਣਾ ਮਹਾਰਾਜ ਦਾ ਨੱਕ ਹੈ। ਜਿਹੜਾ ਦਰਸ਼ਨ ਕਰੇ ਸਤਿਗੁਰੂ ਸਾਹਿਬ ਜੀ ਦੇ ਸੋਹਣੇ ਨੱਕ ਦੇ ਦਰਸ਼ਨ ਕਰਕੇ ਹੀ ਮਨ ਨੂੰ ਮਾਨੋ ਵੀ ਖੁਸ਼ੀ ਮਿਲ ਜਾਂਦੀ ਹੈ। ਤੇ ਜੋ ਮਹਾਰਾਜ ਦਾ ਮਸਤਕ ਹੈ ਜਿਵੇਂ ਅੱਧ ਆਕਾਰ ਦਾ ਚੰਦਰਮਾ ਹੁੰਦਾ ਨਾ, ਜਦੋਂ 6-7 ਦਿਨ ਮੱਸਿਆ ਤੋਂ ਬਾਅਦ ਲੰਘ ਜਾਣ ਤੇ ਕਹਿੰਦੇ ਵੀ ਜਿੰਨਾ ਕੁ ਚੰਦਰਮਾ ਹੁੰਦਾ ਏ, ਇੱਕ ਪਾਸਿਓਂ ਸਿੱਧੀ ਤੇ ਇੱਕ ਪਾਸਿਓਂ ਗਲਿਆਈ ਹੁੰਦੀ ਹੈ ਚੰਦਰਮਾ ਦੇ ਵਿੱਚ, ਇਦਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਅਰਧ ਚੰਦਰਮਾ ਦੇ ਸਮਾਨ ਮੱਥਾ ਸ਼ੋਭਨੀਕ ਹੈ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ। ਤੇ ਜੋ ਭਰਵੱਟੇ ਨੇ ਭੌਹਾਂ ਨੇ, ਜਿਵੇਂ ਧਨਖ ਹੁੰਦਾ ਹੈ ਨਾ, ਧਨਖ ਵਰਗੀਆਂ ਮਹਾਰਾਜ ਦੀਆਂ ਭੌਹਾਂ ਨੇ। ਤੇ ਨੱਕ ਦੀ ਜੜ ਤੇ ਭੌਹਾਂ ਦੇ ਵਿਚਕਾਰ ਤੇ ਮੱਥੇ ਦੇ ਥੱਲਲਾ ਹਿੱਸਾ, ਜਿਸ ਥਾਂ ਦੇ ਉੱਤੇ ਧਿਆਨ ਲਾਉਂਦੇ ਨੇ ਧਿਆਨੀ, ਜਿਹਨੂੰ ਤ੍ਰਿਕੁਟੀ ਵੀ ਕਹਿ ਦਿੰਦੇ ਨੇ, ਉਹ ਅਸਥਾਨ ਬੜਾ ਸੋਹਣਾ ਫੱਬ ਰਿਹਾ, ਉਹਦੇ ਵਿੱਚੋਂ ਤੇਜ ਨਿਕਲ ਰਿਹਾ ਹੈ। ਸਾਰੇ ਲੱਛਣ ਵੇਖ ਕੇ ਬਾਬਾ ਕਲਿਆਣ ਚੰਦ ਜੀ ਨੂੰ ਕਹਿਣ ਲੱਗਾ, ਪੁਰੋਹਿਤ ਇਹ ਕਾਲੋ ਸੁਣ, ਤੇਰਾ ਪੁੱਤਰ ਬੜਾ ਹੀ ਚਤੁਰ ਹੈ, ਬੜਾ ਹੀ ਕਹਿੰਦੇ ਵੀ ਇਹ ਬਚਸ਼ਣ ਹੈ, ਇਹ ਅਵਤਾਰੀ ਪੁਰਖ ਹੈ ਜੀ, ਮੈਂ ਮਹਿਮਾ ਤੈਨੂੰ ਕੀ ਕਹਿ ਕੇ ਦੱਸਾਂ। 32 ਲੱਛਣ ਹੁੰਦੇ ਆ, ਕਹਿੰਦੇ ਵੀ ਸੋਹਣੇ ਸਰੀਰਾਂ ਦੇ 32 ਦੇ 32 ਲੱਛਣ ਇਹਦੇ ਵਿੱਚ ਹਨ। ਸੁੰਦਰ ਹੋਣਾ, ਸੋਹਣੇ ਹਿਰਦੇ ਵਾਲਾ ਹੋਣਾ, ਸੱਚਾ ਹੋਣਾ, ਸੂਰਮਾ ਹੋਣਾ, ਸਾਵਧਾਨ ਰਹਿਣ ਵਾਲਾ ਹੋਣਾ, ਸਭ ਗ੍ਰੰਥਾਂ ਦਾ ਗਿਆਤਾ ਹੋਣਾ, ਹਰ ਕੰਮ ਦੇ ਵਿੱਚ ਉਦਮੀ ਹੋਣਾ, ਉਦਾਰ ਹੋਣਾ, ਖੁੱਲ੍ਹ ਦਿਲਾ ਹੋਣਾ ਵੀ ਦਿਲ ਦੀ ਤੰਗੀ ਨਾ ਹੋਣੀ, ਫਿਰ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਹੋਣਾ, ਗੰਭੀਰ ਹੋਣਾ, ਸ਼ੁੱਧ ਮਨ ਹੋਣਾ ਤੇ ਧਰਮੀ ਹੋਣਾ। ਇਹ ਜਿਹੜੇ ਲੱਛਣ ਨੇ ਤੇਰੇ ਪੁੱਤਰ ਦੇ ਵਿੱਚ ਹਨ। ਅਤੇ ਫਿਰ ਬਾਬਾ ਕਲਿਆਣ ਚੰਦ ਜੀ ਨੂੰ ਪਰਧਿਆਲ ਪ੍ਰੋਧ ਕਹਿੰਦਾ ਹੈ ਵੀ ਇਹਦੇ ਜਿਹੜੇ ਲੱਛਣ ਨੇ ਨਾ ਵੀ 13 ਦੇ, ਤੇ ਫਿਰ ਖਿਮਾਵਾਨ ਹੋਣਾ, ਵੀ ਖਿਮਾ ਕਰ ਦੇਣੀ, ਇੰਦਰੇ ਜਿੱਤ ਹੋਣਾ, ਪਵਿੱਤਰ ਜੀਵਨ ਹੋਣਾ, ਨਿਮਰਤਾਵਾਨ, ਤੇਜਸਵੀ, ਐਡਾ ਤੇਜ ਵੀ ਸਾਰੇ ਜਿਵੇਂ ਸੂਰਜ ਅੱਗੇ ਅੱਖਾਂ ਬੰਦ ਕਰਦੇ ਆ ਸਭ ਝੁਕ ਜਾਣਗੇ। ਫਿਰ ਦਿਆਲੂ ਹੋਣਾ, ਵਾਹਿਗੁਰੂ ਦਾ ਪ੍ਰੇਮੀ ਹੋਣਾ, ਸ਼ੀਲਵਾਨ, ਸੰਤੋਖੀ, ਪਰਉਪਕਾਰੀ, ਬੜਾ ਸਿਆਣਾ, ਚਤਰ, ਸ੍ਰੇਸ਼ਟ ਮਤ ਵਾਲਾ, ਜਪੀ ਤਪੀ, ਨੀਂਦ ਨੂੰ ਜਿੱਤਿਆ ਹੋਵੇ, ਸਾਹਸੀ ਹੋਵੇ, ਕਿਸੇ ਤੋਂ ਡਰੇ ਨਾ, ਜਿਵੇਂ ਮਹਾਰਾਜ ਨੇ ਬਾਬਰ ਨੂੰ ਕਿਹਾ ਤੂੰ ਜਾਬਰ ਹੈ। ਸੰਜਮੀ ਹੋਣਾ, ਮਾਤਾ ਪਿਤਾ ਦੀ ਵੀ ਸੇਵਾ ਕਰਨ ਵਾਲਾ ਹੋਣਾ, ਜਤੀ ਹੋਣਾ ਤੇ ਗਿਆਨੀ ਹੋਣਾ। ਕਹਿੰਦੇ ਵੀ ਇਹ ਜਿਹੜੇ 32 ਲੱਛਣ ਨੇ, हे ਬਾਬਾ ਕਲਿਆਣ ਚੰਦ, ਇਹ ਤੇਰੇ ਪੁੱਤਰ ਦੇ ਵਿੱਚ ਸਾਰੇ ਹੀ ਲੱਛਣ ਹਨ। ਤੇ ਕਰ ਤਰਵਾ ਇਹ ਉਰਦ ਆਈ, ਤੇ ਜਿਹੜੀਆਂ ਹੱਥ ਦੀਆਂ ਤਲੀਆਂ ਨੇ
ਇਹਨਾਂ ਦੀਆਂ ਵਿਚਕਾਇਓਂ ਉੱਚੀਆਂ ਨੇ। ਕਈਆਂ ਦੇ ਕਹਿੰਦੇ ਵੀ ਟੋਆ ਜਿਹਾ ਪਿਆ ਹੁੰਦਾ ਏ, ਪਰ ਇਹਨਾਂ ਦੇ ਹੱਥ ਦੀਆਂ ਤਲੀਆਂ ਵਿੱਚੋਂ ਉੱਚੀਆਂ ਹਨ। ਆਏ ਰੱਖੇ ਟਿਕਨਾਏ। ਉਹ ਇਹ ਇਸ਼ਾਰਾ ਕਰਦੀਆਂ ਨੇ ਵੀ ਇਹਨਾਂ ਕੋਲ ਮਾਇਆ ਦੇ ਬਹੁਤ ਆਏਗੀ, ਪਰ ਆਪਣੇ ਕੋਲ ਨਹੀਂ ਰੱਖਣਗੇ, ਵੰਡੀ ਜਾਣਗੇ, ਦਈ ਜਾਣਗੇ, ਦਾਨ ਕਰੀ ਜਾਣਗੇ। ਅੱਗੇ ਆਉਣੀ ਨਾ ਸਾਖੀ, ਜਦੋਂ ਮਹਾਰਾਜ ਸਹਿਜੇ ਰੇੜਨ ਲੱਗ ਪਏ, ਘਰ ਦੇ ਵਿੱਚੋਂ ਜਿਹੜਾ ਕੋਈ ਭਾਂਡਾ ਦਾ ਆਇਆ, ਬਾਹਰ ਗਏ, ਵੇਖਿਆ ਕੋਈ ਗਰੀਬ ਬੈਠਾ, ਉਹਦੇ ਗਾੜੀ ਸੁੱਟ ਆਏ। ਹੋਰ ਕੋਈ ਘਰ ਦੀ ਵਸਤੂ ਦਾ ਆਈ, ਵੀ ਸਾਧੂ ਬੈਠੇ, ਉਹਦੇ ਅੱਗੇ ਸੁੱਟ ਆਏ। ਮਹਾਰਾਜ ਸਾਹਿਬ ਜੀ ਦੇ ਕੋਲ ਕਹਿੰਦੇ ਆਉਣਾ ਦੇ ਬਹੁਤ ਕੁਝ ਹੈ। ਇਹਨਾਂ ਦੀ ਹੱਥ ਦੀ ਤਲੀ ਉੱਚੀ ਹੈ, ਇਹ ਦੱਸਦੀ ਹੈ ਵੀ ਜੋ ਕੁਝ ਵੀ ਆਉਣਾ ਇਹਨਾਂ ਵੰਡੀ ਜਾਣਾ, ਅੱਗੇ ਤੋਂ ਅੱਗੇ ਦਈ ਜਾਣਾ, ਇਹਨਾਂ 13 ਹੀ ਤੁਲਣਾ ਹੈ ਸਾਰੀ ਉਮਰ। ਕਿਉਂਕਿ ਮੈਂ ਇੱਕ ਸਮੁੰਦਰਕ ਵਿਦਿਆ ਏ, ਉਹਦੇ ਵਿੱਚ ਸਰੀਰ ਦੇ ਅੰਗ ਪ੍ਰਤੰਗ ਜਿਹੜੇ ਇਹਨਾਂ ਦੇ ਚਿੰਨ੍ਹ ਵਾਹ ਕੇ ਦੱਸੇ ਹੁੰਦੇ ਨੇ, ਉਹ ਮੈਂ ਵਿਦਿਆ ਪੜ੍ਹ ਕੇ ਤੇ ਵੇਖਿਆ, ਅੰਦਾਜ਼ਾ ਲਾ ਲਿਆ ਵੀ ਇਹਨਾਂ ਦੇ ਸਰੀਰ ਦੇ ਵਿੱਚ ਉਹ ਸਾਰਾ ਕੁਝ ਹੀ ਹੈ ਜਿਹੜਾ ਸ਼ੁਭ ਅੰਗਾਂ ਦੇ ਵਿੱਚ ਹੁੰਦਾ ਏ। ਪੰਡਤ ਕਹਿੰਦਾ ਕਲਿਆਣ ਚੰਦ ਜੀ, ਤੇਰੇ ਵੱਡੇ ਭਾਗ, ਤੇਰੇ ਸਾਹਿਬਜ਼ਾਦੇ ਵਿੱਚ ਸਾਰੇ ਹੀ ਸ਼ੁਭ ਗੁਣ ਨੇ, ਕੋਈ ਵੀ ਕਹਿੰਦੇ ਵੀ ਔਗਣ ਨਹੀਂ, ਕੋਈ ਵੀ ਕਮੀ ਮੈਨੂੰ ਆਪਣੀ ਵਿਦਿਆ ਮੁਤਾਬਕ ਨਜ਼ਰ ਹੀ ਨਹੀਂ ਆਏ। ਇਹਨਾਂ ਦੀ ਅਮਿਤ ਮਹਿਮਾ ਹੈ, ਮੈਂ ਤੇ ਆਪਣੇ ਮਨ ਵਿੱਚ ਮੰਨ ਲਈ ਹੈ, ਤੂੰ ਵੀ ਮੰਨ ਲੈ ਤੇ ਤੇਰਾ ਵੀ ਭਲਾ ਹੋਵੇਗਾ। ਪੰਡਤ ਨੇ ਆਪਣੇ ਚਿੱਤ ਦੇ ਵਿੱਚ ਇਹ ਗੱਲ ਸੱਚੀ ਕਰਕੇ ਜਾਣ ਲਈ ਵੀ ਇਹ ਕੋਈ ਅਵਤਾਰ ਹਨ, ਇਹ ਕੋਈ ਰੱਬੀ ਰੂਹ ਆਈ ਹੈ, ਪਰਮੇਸ਼ਰ ਜਿਵੇਂ ਆਪ ਹੀ ਆਇਆ ਏ। ਏਦਾਂ ਦਾਈ ਦੌਲਤਾਂ ਨੇ ਬ੍ਰਾਹਮਣ ਨੂੰ ਮਹਾਰਾਜ ਦੇ ਦਰਸ਼ਨ ਕਰਾਏ, ਤੇ ਦਰਸ਼ਨ ਕਰਾ ਕੇ ਫਿਰ ਵਾਪਸ ਮਾਤਾ ਜੀ ਦੇ ਕੋਲ ਲੈ ਗਏ। ਮਾਂ ਦਾ ਸੋਹਣਾ ਲਾਲ ਮਾਤਾ ਤ੍ਰਿਪਤਾ ਜੀ ਦੀ ਗੋਦ ਵਿੱਚ ਜਾ ਕੇ ਪਾ ਦਿੱਤਾ। ਨੰਦੀ ਮੁਖਮ ਸ਼ਰਾਧ ਕਰਵਾਇਓ। ਇਹ ਹਿੰਦੂ ਲੋਕ ਖੁਸ਼ੀਆਂ ਦੇ ਸਮੇਂ ਜਾਂ ਜਦੋਂ ਨੜੂਆ ਕੱਟਦੇ ਹਨ, ਉਦੋਂ ਇੱਕ ਸ਼ਰਾਧ ਕਰਦੇ ਹੁੰਦੇ, ਉਹਨੂੰ ਨੰਦੀ ਮੁਖ ਸ਼ਰਾਧ ਕਹਿੰਦੇ ਨੇ। ਇਹ ਵੀ ਕੀਤਾ ਕਿਉਂਕਿ ਇਹਦੇ ਸਤਿਗੁਰੂ ਸਾਹਿਬ ਆਏ ਤੇ ਮਹਾਰਾਜ ਨੇ ਫਿਰ ਇਹ ਕੰਮ ਕਰਨੇ ਬੰਦ ਕਰਾਏ। ਜਿਵੇਂ ਇੱਕ ਵਾਰ ਗੁਰੂ ਨਾਨਕ ਸਾਹਿਬ ਜਦੋਂ ਵਿਚਰਦੇ ਆਏ ਆਪਣੇ ਪਿੰਡ, ਤੇ ਅੱਗੇ ਲੋਕ ਬੜੇ ਇਕੱਠੇ ਹੋਏ ਤੇ ਕਹਿੰਦੇ ਪਿਤਾ ਜੀ ਇਹ ਕੀ ਕਰ ਰਹੇ? ਕਹਿੰਦੇ ਵੀ ਅਸੀਂ ਆਪਣੇ ਪਿਤਾ ਸ਼ਿਵ ਰਾਮ ਜੀ ਦੇ ਨਿਮਿਤ ਕਹਿੰਦੇ ਸ਼ਰਾਧ ਕਰ ਰਹੇ ਹਾਂ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਹੁਣ ਇਹ ਸ਼ਰਾਧ ਸਰੂਦ ਕਰਨ ਦੀ ਲੋੜ ਨਹੀਂ ਤੁਹਾਨੂੰ, ਆਪਣੇ ਬਜ਼ੁਰਗਾਂ ਦੀ, ਉਹਦੇ ਬੜੇ ਸੋਹਣੇ ਥਾਂ ਦੇ ਬੜੇ ਆਨੰਦ ਵਿੱਚ ਹੈ। ਤੇ ਬਾਬਾ ਮਹਿਤਾ ਕਲਿਆਣ ਚੰਦ ਕਹਿੰਦੇ ਮੈਨੂੰ ਜਾਂ ਦੇ ਵਿਖਾਓ ਮਹਾਰਾਜ, ਤੇ ਫੇਰ ਤੇ ਠੀਕ ਹੈ, ਨਹੀਂ ਤੇ ਇਦਾਂ ਨਹੀਂ ਮੈਂ ਮੰਨਦਾ। ਸਤਿਗੁਰੂ ਕਹਿੰਦੇ ਵੀ ਨੇਤਰ ਬੰਦ ਕਰੋ। ਸਤਿਗੁਰੂ ਸਾਹਿਬ ਨੇ ਕਲਾ ਵਰਤਾਈ, ਬਾਬੇ ਕਲਿਆਣ ਚੰਦ ਨੇ ਨੇਤਰ ਬੰਦ ਕੀਤੇ। ਕੀ ਵੇਖਦਾ ਹੈ ਵੀ ਬੜੀ ਸੋਹਣੀ ਜਗ੍ਹਾ 'ਤੇ ਪਹੁੰਚ ਗਿਆ ਹਾਂ, ਤੇ ਉੱਥੇ ਜਾ ਕੇ ਵੇਖਿਆ ਉਹਦਾ ਪਿਤਾ ਜੀ ਸ਼ਿਵ ਰਾਮ ਜੀ ਵੀ ਉੱਥੇ ਹੈ, ਦਾਦਾ ਪੜਦਾਦਾ ਬੇਦੀਆਂ ਦੇ ਵੱਡੇ ਬਜ਼ੁਰਗ ਸਾਰੇ ਬੈਠੇ, ਬੜੀ ਸੋਹਣੀ ਜਗ੍ਹਾ ਹੈ, ਪਲੰਘਿਆਂ ਦੇ ਬਿਰਾਜਮਾਨ ਹੈ, ਪੱਖੇ ਝੁੱਲ ਰਹੇ ਹੈ, ਬੜੀ ਸੇਵਾ ਹੋ ਰਹੀ ਹੈ, ਬੜੇ ਖੁਸ਼ ਹਨ। ਤੇ ਉਹਨਾਂ ਨੂੰ ਵੇਖ ਕਰਕੇ ਤੇ ਬਾਬਾ ਕਲਿਆਣ ਚੰਦ ਕਹਿੰਦੇ ਵੀ ਤੁਸੀਂ ਇੱਥੇ ਕਿਵੇਂ? ਤੇ ਉਹ ਕਹਿਣ ਲੱਗੇ ਤੇਰੇ ਘਰ ਦੇ ਵਿੱਚ ਜਦੋਂ ਦਾ ਲਾਲ ਆਇਆ ਹੈ ਨਾ, ਉਦੋਂ ਦੇ ਸਾਡੇ ਭਾਗ ਖੁੱਲ ਗਏ ਆ। ਪਹਿਲਾਂ ਦੇ ਅਸੀਂ ਕਹਿੰਦੇ ਬੜੇ ਔਖੇ ਥਾਂ ਦੇ ਸਾਂ, ਪਰ ਜਿੱਦਣ ਇਹ ਕਾਲੋ ਤੂੰ ਬੇਦੀਆਂ ਦੀ ਕੁੱਲ ਦੇ ਭਾਗ ਖੋਲ, ਤੇ ਜਿੱਦਣ ਦਾ ਤੇਰੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ, ਕਹਿੰਦੇ ਉਧਰ ਉਹਦਾ ਆਉਣਾ ਹੋਇਆ, ਤੇ ਇਧਰ ਅਸੀਂ ਇੱਥੇ ਸੱਚਖੰਡ ਵਿੱਚ ਆ ਕੇ ਬੈਠੇ ਆ। ਇਹ ਵੇਖ ਕੇ ਬਾਬੇ ਕਲਿਆਣ ਚੰਦ ਦਾ ਵੀ ਜੀ ਕਰੇ ਵੀ ਹੁਣ ਮੈਂ ਇੱਥੇ ਰਹਿ ਜਾ। ਇਹਨੇ ਨੂੰ ਅੱਖਾਂ ਖੁੱਲ ਗਈਆਂ, ਕਹਿਣ ਲੱਗੇ ਮਹਾਰਾਜ ਮੇਰਾ ਵੀ ਚਿੱਤ ਕਰਦਾ ਵੀ ਮੈਨੂੰ ਵੀ ਉੱਥੇ ਪਹੁੰਚਾ ਦਿਓ। ਤੇ ਹੱਸ ਕੇ ਮਹਾਰਾਜ ਕਹਿੰਦੇ ਪਿਤਾ ਜੀ ਜਾਓਗੇ ਤੁਸੀਂ ਵੀ ਉੱਥੇ, ਤੁਹਾਡਾ ਹਜੇ ਥੋੜਾ ਜਿਹਾ ਸਮਾਂ ਰਹਿੰਦਾ ਹੈ, ਇਹ ਕਰਕੇ ਸ਼ਰਾਧ ਸਰੂਦ ਨਹੀਂ ਕਰਨਾ। ਇੱਦਾਂ ਕਹਿ ਕੇ ਮਹਾਰਾਜ ਨੇ ਫਿਰ ਸ਼ਰਾਧ ਕਰਾਉਣੇ ਬੰਦ ਕਰਾਏ ਸੀ। ਲੋਕ ਕਰੀ ਜਾਂਦੇ ਆ, ਜਿੱਦਣ ਮੱਸਿਆ ਆ ਜਾਣੀ ਹੈ ਤੇ ਮੱਸਿਆ ਤੋਂ ਜਿਉਂ 15 ਦਿਨ ਲੱਗਣਾ ਹੈ, ਭਾਵੇਂ ਸਾਰੀ ਉਮਰ ਬਜ਼ੁਰਗਾਂ ਦੀ ਸੇਵਾ ਨਾ ਕਰਦੇ ਰਹੇ ਹੋਣ, ਮੰਜਾ ਘਰ ਦੇ ਬਾਰ-ਬਾਰ ਡਾਇਆ ਹੋਵੇ, ਤੇ ਜੇ ਕਿਤੇ ਖੰਘ ਆ ਜਾਏ ਤੇ ਕਹਿੰਦੇ ਹੁਣ ਵੀ ਬੁੱਢਾ ਖਾਉ ਕਰਦਾ, ਦਵਾਈ ਕਦੀ ਖਵਾਈ ਨਾ ਹੋਵੇ, ਪਾਣੀ ਨਾ ਪਿਆਇਆ ਹੋਵੇ, ਤੇ 15 ਦਿਨ ਹੁਣ ਫੇਰ ਇੱਕ ਦੂਜੇ ਤੋਂ ਵੱਧ ਕੇ ਆਖਣਗੇ ਵੀ ਅਸੀਂ ਬਜ਼ੁਰਗਾਂ ਦਾ ਸ਼ਰਾਧ ਕਰਨਾ। ਜਿਉਂ ਚੱਲਣਗੇ ਨਾ ਮੱਸਿਆ ਤੋਂ ਅਗਲੇ ਦਿਨ, ਤੇ ਫੇਰ ਚੱਲ ਹੀ ਜਾਣਾ, ਕੰਮ ਚੱਲੀ ਜਾਣਾ, ਤੇ ਕਹਿੰਦੇ ਵੀ ਅਸੀਂ ਸ਼ਰਾਧ ਕਰਨੇ। ਇਹੋ ਜਿਹਾ ਸਮਾਂ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਜਿਹੜੀਆਂ ਕੁਰੀਤੀਆਂ ਸੀ ਉਹ ਗੁਰੂ ਸਾਹਿਬ ਨੇ ਸਾਡੇ ਗਲੋਂ ਲਾਈਆਂ ਨੇ। ਕਿਸੇ ਬਜ਼ੁਰਗ ਦੇ ਵਾਸਤੇ
ਭਲੇ ਦੇ ਲਈ ਲੰਗਰ ਵੰਡਣਾ ਇਹ ਕੋਈ ਮਾੜਾ ਨਹੀਂ, ਪਰ ਜੇ ਲੰਗਰ ਇਸ ਕਰਕੇ ਵੰਡਣਾ ਵੀ ਸਾਡੇ ਬਜ਼ੁਰਗਾਂ ਨੂੰ ਪਹੁੰਚੇਗਾ, ਫੇਰ ਨਹੀਂ ਪਹੁੰਚਣਾ ਜਿੱਥੇ ਮਰਜ਼ੀ ਜ਼ੋਰ ਲਾ ਲਓ। ਆਪਣੇ ਵੱਡਿਆਂ ਦੇ ਨਾਂ ਤੇ ਕਿਸੇ ਗਰੀਬ ਨੂੰ ਰਾਸ਼ਨ ਲੈ ਦਿਓ, ਬਜ਼ੁਰਗਾਂ ਦੇ ਨਾਂ ਤੇ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾ ਦਿਓ, ਕਿਸੇ ਦੀ ਪੜ੍ਹਾਈ ਕਰਾ ਦਿਓ, ਕਿਸੇ ਦਾ ਘਰ ਢੱਠਾ ਵੇਖ ਕੇ ਉੱਥੇ ਮਦਦ ਕਰ ਦਿਓ, ਹੋਰ ਸਹਾਇਤਾ ਕਰ ਦਿਓ, ਤੁਹਾਡਾ ਸਾਰਾ ਕੁਝ ਸਫਲਾ। ਤੇ ਜੇ ਆਖੋਗੇ ਵੀ ਕਾਵਾਂ ਕੁੱਤਿਆਂ ਨੂੰ, ਬ੍ਰਾਹਮਣਾਂ ਨੂੰ, ਇਹਨਾਂ ਨੂੰ, ਭਾਈਆਂ ਨੂੰ ਸੱਦ ਕੇ ਖਵਾ ਦਾਂਗੇ ਵੀ ਸਾਡੇ ਬਾਬੇ ਨੂੰ ਪਹੁੰਚ ਜੂਗਾ, ਹੁਣ ਨਹੀਂ ਉਹ ਪਹੁੰਚਣਾ। ਜੇ ਉੱਥੇ ਪਹੁੰਚਾਉਣਾ ਹੈ ਨਾ ਕੁਝ, ਉਹ ਪਰਮੇਸ਼ਰ ਦਾ ਨਾਮ ਹੀ ਪਹੁੰਚਣਾ, ਉਹਦੇ ਨਿਮਿਤ ਨਾਮ ਹੀ ਜਪੀ ਜਾਇਆ ਕਰੋ, ਉਹਦਾ ਵੀ ਭਲਾ ਤੇ ਤੁਹਾਡਾ ਵੀ ਭਲਾ ਹੋਵੇਗਾ। ਨਾਮ ਜਪਣ ਤੋਂ ਵੱਡਾ ਹੁਣ ਬਜ਼ੁਰਗਾਂ ਦੇ ਲਈ ਹੋਰ ਕੋਈ ਸਰਾਧ ਨਹੀਂ ਹੈ। ਰਹੋ ਵਿਚਾਰ, ਕਹਿੰਦੇ ਵੀ ਜਦੋਂ ਨੰਦੀ ਮੁਖ ਸਰਾਧ ਕੀਤਾ ਵੀ ਖੁਸ਼ੀ ਦੇ ਸਮੇਂ ਕੋਈ ਭੋਜਨ ਵੰਡਿਆ, ਆ ਜਿਵੇਂ ਪੰਡਤ ਨੇ ਕਿਹਾ, ਜਿਵੇਂ ਵੇਦਾਂ ਦੀ ਵਿਧੀ ਸੀ ਉਹ ਸਾਰੀ ਹੀ ਬਾਬੇ ਕਾਲੂ ਜੀ ਨੇ, ਮਹਿਤਾ ਕਲਿਆਣ ਚੰਦ ਜੀ ਨੇ ਧਰਮ ਦੀ ਉਸ ਵੇਲੇ ਦੀ ਹਰ ਤਰ੍ਹਾਂ ਦੀ ਰੀਤੀ ਕੀਤੀ ਹੈ। ਬਾਬਾ ਕਲਿਆਣ ਚੰਦ ਜੀ ਕਹਿੰਦੇ ਪੰਡਤ ਜੀ ਇਸ ਬਾਲਕ ਦਾ ਹੁਣ ਨਾਮ ਰੱਖ ਦਿਓ। ਕਹਿੰਦੇ ਅੱਖਰ ਸੋਧ ਕੇ ਵਿਚਾਰ ਕੇ ਸੋਹਣਾ ਨਾਮ ਰੱਖਿਓ ਮੇਰੇ ਲਾਲ ਦਾ। ਪੰਡਤ ਕਹਿੰਦਾ ਹੈ ਕਾਲੂ ਸੁਣ, ਕਾਲੀ ਦੇ ਨਾਲ ਨਾਮ ਨਹੀਂ ਤੇਰੇ ਬਾਲਕ ਦਾ ਰੱਖਿਆ ਜਾਣਾ, ਇਹ ਤੇ ਬੇਅੰਤ ਕੋਈ ਆਇਆ ਤੇ ਇਹਦਾ ਨਾਮ ਵੀ ਬੇਅੰਤ ਹੀ ਹੋਵੇਗਾ। ਮੈਂ ਤੇ ਸੋਧ ਵਿਚਾਰ ਕੇ ਬੇਨਤੀਆਂ ਕਰ ਕਰਕੇ ਵੀ ਮਹਾਰਾਜ ਮੈਨੂੰ ਸੋਝੀ ਦਿਓ ਵੀ ਕਿਹੜੇ ਅੱਖਰ ਜੋੜ ਕੇ ਨਾਮ ਰੱਖਾਂ। ਮੈਂ ਤੇ ਇਦਾਂ ਕਹਿੰਦੇ ਬੇਨਤੀਆਂ ਕਰ ਕਰਕੇ ਵਿਚਾਰ ਕੇ ਫੇਰ ਨਾਮ ਰੱਖਾਂਗਾ। ਏਦਾਂ ਕਰੋ ਵੀ ਮੈਨੂੰ ਕੁਝ ਦਿਨ ਸਮਾਂ ਦੇ, ਤੇ ਬਾਕੀ ਜਿਹੜੀ ਤੇਰੀ ਕੁਲ ਦੀ ਰੀਤ ਹੈ, ਜੋ ਤੁਸੀਂ ਖੁਸ਼ੀ ਮਨਾਉਣੀ ਹੈ, ਉਹ ਆਪਣਾ ਕੰਮ ਕਰ ਲਵੋ। ਇੱਕ ਗੱਲ ਕਰੀ, ਮੈਨੂੰ ਪਤਾ ਹੈ ਵੀ ਤੇਰਾ ਸੁਭਾਅ ਹੱਥ ਘੁੱਟਣ ਵਾਲਾ ਇਹ, ਤੇ ਹੁਣ ਹੱਥ ਨਾ ਘੁੱਟੀ। ਜਿਹੜਾ ਕੋਈ ਮੰਗਤਾ ਆਵੇ ਕਿਸੇ ਨੂੰ ਖਾਲੀ ਨਾ ਮੋੜੀ, ਕੋਈ ਭਾਡਾ ਮੰਗੇ, ਟੀਡਾ ਮੰਗੇ, ਕੰਬਲ ਮੰਗੇ, ਕੱਪੜਾ ਮੰਗੇ, ਮਾਇਆ ਮੰਗੇ, ਜੋ ਮੰਗੇ ਕਹਿੰਦੇ ਦਈ ਜਾਈ, ਇਹਨਾਂ ਦੇ ਪੈਰਾਂ ਪਿੱਛੇ ਤੈਨੂੰ ਕਮੀ ਆਵੇਗੀ ਕੋਈ ਨਹੀਂ। ਇਸ ਤਰ੍ਹਾਂ ਕਹਿ ਕੇ ਸ੍ਰੇਸ਼ਟ ਬ੍ਰਾਹਮਣ ਹਰਦਿਆਲ ਪੁਰੋਹਿਤ ਆਪਣੇ ਘਰੇ ਚਲਾ ਗਿਆ ਤੇ ਆਪਣੀ ਵਿਦਿਆ ਦੇ ਹਿਸਾਬ ਕਿਤਾਬ ਦੇ ਨਾਲ ਵਿਚਾਰ ਕਰਨ ਲੱਗ ਪਿਆ ਵੀ ਇਹਨਾਂ ਦਾ ਮੈਂ ਕੀ ਨਾਮ ਰੱਖਾਂ। ਇਧਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਿਸ ਕੋਠੇ ਦੇ, ਉਹਦੇ ਬਾਰ-ਬਾਰ ਬੰਧਨਵਾਰ ਬੰਨ੍ਹ ਦਿੱਤੇ। ਆਪ ਵੀ ਨੇਮੇ ਆਦਿਕ ਜਾਂ ਇੱਕ ਹੋਰ ਦਰਖਤ ਦੇ ਪੱਤੇ ਜਿਹੜੇ ਉਹਨਾਂ ਦੀ ਲੜੀ ਜੀ ਪਰੋ ਕੇ ਤੇ ਪੁਰਾਣੇ ਸਮਿਆਂ 'ਚ ਉਹ ਬੂਹੇ ਦੇ ਅੱਗੇ ਬੰਨ੍ਹ ਦਿੰਦੇ ਸੀ। ਉਹ ਨਿਸ਼ਾਨੀ ਹੁੰਦੀ ਸੀ ਵੀ ਇਸ ਘਰ ਦੇ ਵਿੱਚ ਤੇ ਇਸ ਕਮਰੇ ਦੇ ਵਿੱਚ ਜਿਹੜਾ ਕੋਈ ਨਵਾਂ ਬੱਚਾ ਬੱਚੀ ਆਏ ਹੈ ਵੀ ਇਸ ਘਰ ਦੇ ਵਿੱਚ ਨਵੇਂ ਕਿਸੇ ਬੱਚੇ ਦਾ ਜਨਮ ਹੋਇਆ। ਜਿਵੇਂ ਕਿਸੇ ਨੇ ਪਾਠ ਪੂਜਾ ਕਰਾਉਣੀ ਜਾਂ ਵਿਆਹ ਵੀ ਹੋਣਾ ਤੇ ਘਰ ਦੇ ਅੱਗੇ ਕੇਲਿਆਂ ਦੇ ਪੱਤੇ ਬੰਨ੍ਹ ਦਿੰਦੇ ਸੀ। ਉਹ ਤੋਂ ਪਤਾ ਲੱਗ ਜਾਂਦਾ ਸੀ ਵੀ ਇਹਨਾਂ ਦੇ ਘਰੇ ਕੋਈ ਵਿਆਹ ਵਿਊਹ ਦਾ ਜਾਂ ਪੂਜਾ ਪਾਠ ਦਾ ਖੁਸ਼ੀ ਦਾ ਸਮਾਗਮ, ਇੱਕ ਨਿਸ਼ਾਨੀ ਹੁੰਦੀ ਸੀ। ਹੁਣ ਜਿਵੇਂ ਲੋਕ ਲੜੀਆਂ ਲਾ ਦਿੰਦੇ, ਹੋਰ ਬੈਂਡ ਵਾਜੇ ਜੇ ਢੋਲ ਜੇ ਵੱਜਦੇ ਵੇਖ ਕੇ ਲੋਕ ਅੰਦਾਜ਼ਾ ਲਾਉਂਦੇ ਵੀ ਲੱਗਦੇ ਕਿਸੇ ਦੇ ਘਰੇ ਵਿਆਹ। ਪੁਰਾਣੇ ਸਮਿਆਂ ਦੀ ਇਹੀ ਨਿਸ਼ਾਨੀ ਸੀ। ਜੇ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਿਸ ਕਮਰੇ ਦੇ ਵਿੱਚ, ਉਹਦੇ ਬਾਰ-ਬਾਰ ਬੰਧਨਵਾਰ ਪੱਤੇ ਜਿਹੜੇ ਆ ਉਹ ਬੰਨ੍ਹ ਦਿੱਤੇ ਆ, ਨਿਸ਼ਾਨੀ ਬੰਨ੍ਹ ਦਿੱਤੀ ਹੈ। ਉਹ ਨਿਸ਼ਾਨੀ ਵੇਖ ਕੇ ਜਿਵੇਂ ਮੰਗਤੇ ਮੰਗਣ ਹਾਰੇ, ਜਿਨ੍ਹਾਂ ਨੂੰ ਪਤਾ ਸੀ ਵੀ ਇੱਥੋਂ ਹੁਣ ਸਾਡਾ ਕੁਝ ਬਣੇਗਾ, ਉਹ ਮੰਗਣ ਲਈ ਆਉਂਦੇ ਹੈ। ਫਿਰ ਕੁਲ ਦੀਆਂ ਬੀਬੀਆਂ ਆ ਕੇ ਖੁਸ਼ੀਆਂ ਮਨਾਉਂਦੀਆਂ ਨੇ ਤੇ ਮਹਾਰਾਜ ਜੀ ਦਾ ਨਾਮਕਰਨ ਹੁੰਦਾ ਹੈ। ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਜਿਸ ਕਾਰਜ ਲਈ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆਏ, ਜਿਹੜਾ ਉਪਦੇਸ਼ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਦਿੰਦੇ ਰਹੇ 10 ਸਰੂਪਾਂ ਦੇ ਵਿੱਚ, ਉਹ ਬਚਨ ਮੰਨੀਏ ਤੇ ਆਖੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਾਟ ਅਗਮ ਪੂਰਨ ਮੋਹਿ ਮਇਆ ਹਾਰ ਅੰਧ ਕੋਪ ਮਹਾਪਿਆਨ ਨਾਨਕ ਪਾਰ ਤਾਰ ਆਏ ਪ੍ਰਭ ਸ਼ਰਨਾਗਤੇ ਕਿਰਪਾ ਨਿਤ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦਾ ਜਨਕਾਰਾ ਬੁਲਾਵੇ, ਨਿਹਾਲ ਹੋ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ, ਗੁਰਪੁਰੀਆਂ ਗਾਲ, ਦੇਖ ਦੇਖ ਫਤਿਹ, ਗੁਰੂ ਖਾਲਸੇ ਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।